ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜੈਸਿਕਾ। ਤੁਸੀਂ ਦੇਖ ਰਹੇ ਹੋ ਸਮਾਜ ਟੀਵੀ ਦਾ ਅਹਿਮ ਪ੍ਰੋਗਰਾਮ ਦਰਦੇ ਦਾਸਤਾਂ। ਦਰਦ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਤੇ ਜ਼ਿੰਦਗੀ ਵਿੱਚ ਦਰਦਾਂ ਦਾ ਆਉਣਾ ਸੁਭਾਵਿਕ ਹੈ। ਤੇ ਕੁਝ ਦਰਦ ਇੱਦਾਂ ਦੇ ਹੁੰਦੇ ਨੇ ਜਿਹੜੀ ਸਾਡੀ ਰੂਹ ਤੇ ਕੁਝ ਛਾਪ ਛੱਡ ਜਾਂਦੇ ਨੇ। ਤੇ ਅੱਜ ਸਾਡੇ ਨਾਲ ਮੌਜੂਦ ਨੇ ਸ਼ਮਸ਼ੇਰ ਸਿੰਘ ਜੀ, ਜੋ ਕਿ ਇੱਕ ਸਮਾਜ ਸੇਵੀ ਨੇ। ਸਤਿ ਸ਼੍ਰੀ ਅਕਾਲ ਸ਼ਮਸ਼ੇਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਕਾਰਜਕ੍ਰਮ 'ਚ। ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਲੂਟ ਹੈ ਤੁਹਾਡੀ ਭਾਵਨਾ ਨੂੰ ਕਿ ਤੁਸੀਂ ਸਮਾਜ ਦੇ ਦਰਦਾਂ ਦਾ ਅੱਜ ਖਾਸ ਜਿਹੜਾ ਇਹ ਟੌਪਿਕ ਲੈ ਕੇ ਸਮਾਜ ਦੇ ਵਿੱਚ ਸ਼ੇਅਰ ਕਰਨ ਲੱਗੇ ਹੋ ਤੇ ਮੈਨੂੰ ਲੱਗਦਾ ਇਸ ਨਾਲ ਦਰਦ ਜ਼ਰੂਰ ਘਟਣਗੇ। ਸਲੂਟ ਹੈ ਤੁਹਾਡੀ ਸਾਰੀ ਸਮੁੱਚੀ ਟੀਮ ਨੂੰ। ਬਹੁਤ ਬਹੁਤ ਸ਼ਮਸ਼ੇਰ ਧੰਨਵਾਦ। ਸਿੰਘ ਜੀ, ਮੇਰਾ ਸਭ ਤੋਂ ਪਹਿਲਾ ਪ੍ਰਸ਼ਨ ਤੁਹਾਡੇ ਨਾਲ ਇਹ ਹੈ ਕਿ ਪ੍ਰਭ ਆਸਰਾ ਹੋਮ ਫॉर ਹੋਮਲੈਸ ਇਹਨੂੰ ਸ਼ੁਰੂ ਕਰਨ ਦਾ ਇਹਦੇ ਪਿੱਛੇ ਦਾ ਕਾਰਨ ਕੀ ਹੈ ਕਿ ਇਹ ਚੀਜ਼ ਸ਼ੁਰੂ ਹੋਈ, ਇਹਦੇ ਪਿੱਛੇ ਦੀ ਸਟੋਰੀ ਕੀ ਹੈ? ਇਹ ਤਾਂ ਬੜਾ ਮਤਲਬ ਸਿੰਪਲ ਜਿਹਾ, ਜਦੋਂ ਨਾ ਜੀਵਨ ਦੇ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ, ਤਾਂ ਫਿਰ ਜਿਹੜੇ ਚਿਰਾਂ ਤੋਂ ਬਗਾਨੇ ਲੱਗਦੇ ਸੀ ਉਹ ਆਪਣੇ ਮਹਿਸੂਸ ਹੋਣ ਲੱਗੇ। ਜਿਵੇਂ ਉਹਨਾਂ ਨੇ ਕਿਹਾ ਕਿ ਏਕ ਪਿਤਾ ਇੱਕ ਕੇ ਹਮਾਰਿਕ, ਜਦੋਂ ਇਸ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਇੱਕ ਓਂਕਾਰ ਹੈ ਨਾ, ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਸਭ ਦਾ ਮਾਲਿਕ ਇੱਕ ਹੈ, ਤੂੰ ਸਾਂਝਾ ਸਾਹਿਬ ਬਾਪ ਹਮਾਰਾ ਹੈ ਨਾ, ਨੌ ਨੇ ਤੇਰੇ ਕੋਟ ਪਨਾ। ਐਸੀਆਂ ਚੀਜ਼ਾਂ ਜਦੋਂ ਵੀ ਸਮਝਣ ਦੀ, ਇਸ ਪਰਮ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਗੋਡ ਇਜ਼ ਵਨ, ਇਹ ਵੀ ਸਾਹਮਣੇ ਆਇਆ ਹੈ ਨਾ। ਤੇ ਫਿਰ ਇਹ ਜਦੋਂ ਲਾਈਕ ਇਸ ਜਿੰਨਾ ਇਹ ਰਿਲਾਈਜ਼ ਹੋਇਆ ਤੇ ਫਿਰ ਜੋ ਚਿਰਾਂ ਤੋਂ ਬਗਾਨੇ ਲੱਗਦੇ ਸੀ ਤੇ ਉਹ ਆਪਣੇ ਮਹਿਸੂਸ ਹੋਣ ਲੱਗੇ। ਜੋ ਮੇਰੀ ਹੋਣ ਦੇ ਪਿੱਛੇ ਹੈ ਬੜੇ ਸਵਾਲ ਪੈਦਾ ਹੁੰਦੇ ਕਿ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਤੇ ਮੈਂ ਕਿੰਨੀ ਦੇਰ ਲਈ ਆਇਆ। ਬਿਲਕੁਲ ਬਿਲਕੁਲ। ਤੇ ਫਿਰ ਨੈਚੁਰਲੀ ਮੈਂ ਪਹੁੰਚਣਾ ਕਿੱਥੇ ਹੈ, ਇੰਨੀ ਰੇਸ ਦੇ ਵਿੱਚ ਮੇਰੀ ਡੈਸਟਨੀ ਹੈ ਕੀ ਹੈ, ਮੈਂ ਚਾਹੁੰਦਾ ਕੀ ਹੈ। ਠੀਕ ਹੈ, ਇਹਨਾਂ ਸਵਾਲਾਂ ਦੇ ਭਾਵੇਂ ਕਲੀਅਰਲੀ ਜਵਾਬ ਤਾਂ ਨਹੀਂ ਸੀ ਮਿਲਦੇ, ਪਰ ਇਸ ਗੱਲ ਦਾ ਅਹਿਸਾਸ ਕਰਾ ਜਾਂਦੇ ਸੀ ਕਿ ਜੋ ਮੈਂ ਸਰੀਰ ਤੇ ਸ੍ਰਿਸ਼ਟੀ ਨੂੰ ਤੱਕ ਰਿਹਾ ਹੈ ਤੇ ਉਹ ਨਹੀਂ ਹੈ, ਸੱਚ ਕੁਛ ਹੋਰ ਹੈ। ਇਸ ਕਰਕੇ ਫਿਰ ਇਹ ਜਿਹੜਾ ਬਗਾਨਾ ਲੱਗਦਾ ਸੀ ਨਾ ਸੰਸਾਰ, ਕਿ ਨਹੀਂ ਇਹ ਮੈਂ ਤੇ ਮੇਰਾ ਪਰਿਵਾਰ ਹੈ, ਤੇ ਫਿਰ ਇਹ ਚੀਜ਼ ਫੇਡ ਹੋ ਕੇ ਤੇ ਸਾਡਾ ਸਭ ਦਾ ਮੁਲਕ ਜੋ ਮੇਰੇ ਜੀਵਨ ਦੇ ਪਿੱਛੇ ਜੋ ਸੁਪਰੀਮ ਪਾਵਰ ਝਲਕ ਰਹੀ ਹੈ, ਜੋ ਫਾਈਵ ਐਲੀਮੈਂਟ ਪੰਜ ਤੱਤ ਮੈਨੂੰ ਫੀਡ ਦੇ ਰਹੇ ਹੈ, ਉਹੀ ਸਭ ਨੂੰ ਦੇ ਰਹੇ ਆ। ਉਹਦੇ ਵਿੱਚ ਸਾਇੰਟਿਸਟ ਵੀ, ਉਹਦੇ ਵਿੱਚ ਪ੍ਰਾਈਮ ਮਿਨਿਸਟਰ ਵੀ ਹੈਗੇ ਹਨ, ਪ੍ਰੈਜ਼ੀਡੈਂਟ ਵੀ ਉਹਦੇ ਵਿੱਚ ਹੀ ਹੈਗੇ। ਆਪਣੀ ਮਰਜ਼ੀ ਨਾਲ, ਬਿਨਾਂ ਰਾਜੇ, ਨਾ ਅਮੀਰ, ਨਾ ਗਰੀਬ, ਨਾ ਫਕੀਰ, ਆਪਣੀ ਮਰਜ਼ੀ ਨਾਲ ਨੇ ਸਾਰੇ ਇੱਕ ਸਿਸਟਮ ਦੇ ਵਿੱਚ ਬਣੇ। ਉਹ ਸਿਸਟਮ ਦਾ ਕ੍ਰੀਏਟਰ ਕੌਣ ਹੈ, ਜਿਹੜੇ ਨੂੰ ਆਪਰੇਟ ਕਰ ਰਿਹਾ ਹੈ, ਜਿਹੜਾ ਓਂਕਾਰ ਦਾ ਪ੍ਰੋਜੈਕਟ ਹੈ। ਇੱਕ ਪਾਸੇ ਦੁਨੀਆ ਆ ਰਹੀ ਹੈ, ਇੱਕ ਪਾਸੇ ਆਪਰੇਟ ਹੋ ਰਹੀ ਹੈ, ਇੱਕ ਪਾਸੇ ਉਹ ਖਤਮ ਹੋ ਰਹੀ ਹੈ, ਡਿਸਟਰੋਏ ਹੋ ਰਹੀ ਹੈ। ਜੋ ਪ੍ਰੋਸੈਸ ਚੱਲ ਰਿਹਾ ਹੈ, ਪ੍ਰੋਜੈਕਟ ਚੱਲ ਰਿਹਾ ਸ੍ਰਿਸ਼ਟੀ ਦਾ, ਵੀ ਇਸ ਦੇ ਪਿੱਛੇ ਲਾਈਕ ਇਹ ਮੈਂ ਕੋਈ ਬ੍ਰੇਨ ਹੈ ਨਹੀਂ। ਇਸ ਕਰਕੇ ਜਦੋਂ ਬਹੁਤ ਹੀ ਜਦ ਦੇਖੀ ਵੀ ਕਹ ਲਓ ਵੀ ਸਿਕੰਦਰਾਂ ਦੇ ਵੀ ਕਹਾਣੀਆਂ ਸੁਣੀਆਂ ਹੈ ਨਾ, ਵੀ ਰਹਿ ਗਈ ਦੌਲਤ ਇੱਥੇ ਸਾਰੀ ਹੈ ਨਾ, ਤੇ ਖਾਲੀ ਹੱਥ ਸਿਕੰਦਰਾਂ ਦੇ, ਬਹੁਤ ਕੁਝ ਹੋਣੀ। ਇਹ ਚੀਜ਼ ਨੂੰ ਫਿਰ ਰਿਅਲਾਈਜ਼ ਹੋਇਆ ਕਿ ਨਹੀਂ, ਮੇਰੇ ਆਪਣੇ ਹੀ ਸਮਾਜ ਦੇ ਵਿੱਚ ਅੱਜ 2 ਟਾਈਮ ਦੀ ਰੋਟੀ ਤੋਂ ਬਿਨਾਂ ਭੁੱਖੇ ਵੀ ਸੌਂਦੇ, ਐਸਾ ਵੀ ਦਰਦ ਹੈ। ਫਿਰ ਇਲਾਜ ਵੀ ਨਾ ਵੀ ਤਰਸ ਰਹੇ ਹੈ, ਘਰ ਦੇ ਰਸਤੇ ਭੁੱਲ ਗਏ, ਡਿਪਰੈਸ਼ਨ 'ਚ ਇੰਨਾ ਸਟਰੈਸ, ਡਿਪਰੈਸ਼ਨ ਦੇ ਵਿੱਚ, ਤੇ ਹੁਣ ਘਰ ਦੇ ਰਸਤੇ ਭੁੱਲ ਗਏ। ਕੁਛ ਆਪਣੇ ਘਰਾਂ ਦੇ ਵਿੱਚ ਹੀ ਰੋਣ ਲੱਗ ਗਏ, ਜਿਨ੍ਹਾਂ ਦੇ ਮਤਲਬ ਕਈਆਂ ਨੇ ਸ਼ਾਦੀ ਨਹੀਂ ਸੀ ਕਰਾਈ, ਕਈਆਂ ਦੇ ਔਲਾਦ ਨਹੀਂ ਹੋਈ, ਕਈਆਂ ਦੀ ਔਲਾਦ ਨੇ ਬੁਰੀ ਤਰ੍ਹਾਂ ਇਗਨੋਰ ਕਰ ਦਿੱਤਾ। ਬਹੁਤ ਸਾਰੇ ਕਾਰਨਾਂ ਕਰਕੇ, ਕਈਆਂ ਦੇ ਪਰਿਵਾਰ 'ਚ ਕੋਈ ਐਕਸੀਡੈਂਟ ਕਾਰਨ, ਜਾਂ ਕਈ ਉਹ ਅਖੀਰਲੇ ਸਮੇਂ ਜ਼ਿੰਦਗੀ ਦੇ ਬਹੁਤ ਸਾਰੇ ਕਾਰਨ ਜਿਹਦੇ ਕਰਕੇ ਮਤਲਬ ਕੁਛ ਮਾਨਸਿਕ ਰੋਗਾਂ ਤੋਂ ਪੀੜਤ ਹੋ ਗਏ ਹੈ ਨਾ, ਡਿਪਰੈਸ਼ਨ ਹੈ, ਡਿਮੈਂਸ਼ੀਆ, ਕੋਈ ਇੰਟੈਲੈਕਚੁਅਲ ਡਿਸੇਬਿਲਿਟੀ, ਕੋਈ ਟ੍ਰੈਜਡੀ, ਕੋਈ ਇਨਜਸਟਿਸ, ਕੋਈ ਟਾਰਚਰ। ਬਹੁਤ ਸਾਰੇ ਕਾਰਨਾਂ ਕਰਕੇ ਦੇਖਿਆ ਵੀ ਅੱਛਾ ਵੀ ਇਨਸਾਨ ਆਪਣੀ ਸੰਭਾਲ ਤੋਂ ਮਥਾਜ ਹੋ ਗਿਆ। ਉਹ ਚੀਜ਼ਾਂ ਸਾਹਮਣੇ ਆਈਆਂ ਸੀਨ, ਤੇ ਹਰ ਚੀਜ਼ ਦੇ ਵਿੱਚ ਫਿਰ ਨੇੜੇ ਹੋ ਕੇ ਉਹਨੂੰ ਦੇਖਣ ਦੀ ਵੀ ਮੇਰਾ ਹੈ ਨਾ, ਜਿਵੇਂ ਕਹਿ ਲਓ ਵੀ ਜੀਵਨ ਦੇ ਚੱਲਦਿਆਂ ਸਫ਼ਰ 'ਚ ਫਿਰ ਜੀਵਨ ਸਾਥੀ ਆ ਗਿਆ ਹੈ ਨਾ। ਉਹ ਕਹਿੰਦੇ ਜੀਵਨ ਸਾਥੀ, ਕਹਿੰਦੇ ਮੇਰਾ ਹੁਣ ਕੀ ਹੈ, ਕਹਿੰਦੇ ਵੀ ਰਹਿਣ ਲਈ ਛੱਤ ਵੀ ਤਾਂ ਕੀ ਚਾਹੀਦੀ ਹੈ, ਹੋਰ ਕਮਰੇ ਵੀ ਹੋਰ ਚਾਹੀਦੇ ਹੈਗੇ, ਮੇਰਾ ਹੈ। ਫਿਰ ਜੀਵਨ ਦੇ ਵਿੱਚ ਬੱਚਾ ਆ ਗਿਆ, ਲਾਈਕ ਫਿਰ ਉਹਨੂੰ ਐਜੂਕੇਸ਼ਨ ਵਿੱਚ ਉਹਦੀ ਕੇਅਰ ਵੀ ਚਾਹੀਦੀ ਹੈ, ਉਹਦੀ ਐਜੂਕੇਸ਼ਨ ਕਹਿੰਦੇ ਕਿਉਂ ਚਾਹੀਦੀ ਹੈ, ਹੋਰ ਵੀ ਤਾਂ ਬੱਚੇ ਇੰਨੇ ਆ, ਕਹਿੰਦੇ ਨਹੀਂ ਇਹ ਮੇਰਾ। ਮਤਲਬ ਜਦੋਂ ਮਨ ਨੇ ਮੰਨ ਲਿਆ ਕਿ ਇਹ ਮੇਰਾ ਹੈ, ਮਤਲਬ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਦਾ ਵਿਸ਼ਵਾਸ, ਇਹ ਜੱਗ ਨੂੰ ਬਣਾਉਣ ਵਾਲਾ ਇੱਕ ਫੀਲ ਹੋਇਆ ਜਦੋਂ ਨਾ, ਇੱਕੋ ਮਾਲਕ ਦੁਨੀਆ ਦਾ ਹੈ ਨਾ। ਇਹ ਗੱਲ ਰਿਅਲਾਈਜ਼ ਹੋਈ ਕਿ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਵੀ ਸਾਡੀ ਅੱਖ ਜਿਹੜੀ, ਮੈਂ ਬੜੀ ਵਾਰ ਮਹਿਸੂਸ ਕੀਤਾ, ਮੈਂ ਕਿਹਾ ਵੀ ਨਹੀਂ ਉਹ ਤਾਂ ਸ਼ਾਇਦ ਦੂਜੀ ਕੰਟਰੀ ਹੈ, ਲਾਈਕ ਉਹ ਦੂਜਾ ਹੈ ਨਾ, ਇਸ ਤਰ੍ਹਾਂ ਬੜਾ। ਫਿਰ ਮੈਂ ਸੋਚਿਆ ਕਿ ਜਿਸ ਤਰ੍ਹਾਂ ਇੱਕ ਭਾਵੇਂ ਉਹ ਅਸੀਂ ਉਹਨਾਂ ਨੂੰ ਅਮਰੀਕਾ ਕਹਿ ਦਿੰਦੇ ਹਾਂ, ਭਾਵੇਂ ਉਸਨੂੰ ਕੈਨੇਡਾ ਕਹਿ ਦਿੰਦੇ ਹਾਂ ਹੈ ਨਾ, ਲਾਈਕ ਦੂਜੀ ਕੰਟਰੀ ਭਾਵੇਂ ਗੋਰਾ ਕਹਿ ਦਿੰਦੇ ਹੈ ਨਾ, ਇਹ ਭਾਵੇਂ ਹੈ ਤਾਂ ਸਾਡੀਆਂ ਇੱਕ ਆਪਣੀਆਂ ਕਮਜ਼ੋਰੀਆਂ ਹੈ। ਅਤੇ ਕੁੱਲ ਮਿਲਾ ਕੇ ਉਹੀ ਹਵਾ ਹੈ, ਉਹੀ ਸੂਰਜ ਹੈ, ਅਤੇ ਉਹੀ ਪਾਣੀ, ਅਤੇ ਉਹ ਲਾਈਕ ਸਾਰੇ ਪੰਜ ਤੱਤ ਜਿਹੜੇ ਹੈਗੇ ਨਾ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਵੀ ਸੰਸਾਰ ਜਿਹੜਾ ਹੈ ਨਾ, ਇਹਦੇ ਵਿੱਚ ਪਵਨ ਜਿਹੜੀ ਹੈ ਨਾ, ਜਿਹਨੂੰ ਹਵਾ ਕਹਿੰਦੇ ਹੈ,
ਇਹ ਗੁਰੂ ਬਣ ਕੇ, ਪਾਣੀ ਪਿਤਾ ਬਣ ਕੇ, ਧਰਤੀ ਮਾਂ ਬਣ ਕੇ, ਬਿਲਕੁਲ, ਤੇ ਠੀਕ ਹੈ, ਹਵਾ ਤੇ ਉਸਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਰਲ ਮਿਲ ਕੇ, ਇਹਦੇ ਵਿੱਚ ਦਿਨ ਅਤੇ ਰਾਤ, ਜਿਹਨੂੰ ਦਾਇਆ ਦਾਈ ਕਹਿੰਦੇ ਸੀ, ਹੈ ਨਾ, ਤੇ ਇਹ ਖੇਲ ਸਗਲ ਜਗਤ ਦੀ ਖੇਡ ਚੱਲ ਰਹੀ ਹੈ ਨਾ। ਇਹ ਉਹਨਾਂ ਲਈ ਵੀ ਸੂਰਜ ਉਹੀ ਹੈ, ਉਹ ਸਾਡੇ ਲਈ ਵੀ ਉਹੀ ਹੈ। ਲਾਈਕ ਇਹ ਹਵਾ ਜਿਹੜੀ ਉਹਨਾਂ ਲਈ ਵੀ ਹੈ, ਉਹ ਕੋਈ ਉਹਨਾਂ ਨੂੰ ਕਿਸੇ ਨੂੰ ਵੀ ਪੰਛੀਆਂ ਨੂੰ ਤਾਂ ਵੈਸੇ ਵੀ ਵੀਜ਼ਾ ਲਵਾਉਣ ਦੀ ਲੋੜ ਨਾ, ਪੀਆਰ ਕਿਤੇ ਉੱਥੇ ਕਿਸੇ ਦੀ ਹੁੰਦੀ, ਨਾ ਪੀਆਰ ਇਸ ਪਲੈਨਟ ਦੇ ਉੱਤੇ ਇੱਥੇ ਕਿਸੇ ਦੀ ਹੁੰਦੀ। ਪਰਮਾਨੈਂਟ ਰੈਜ਼ੀਡੈਂਟ ਇੱਥੇ ਕੋਈ ਵੀ ਨਹੀਂ ਹੈ, ਭਾਵੇਂ ਉਹ ਪ੍ਰਾਈਮ ਮਿਨਿਸਟਰ ਹੈ, ਕੋਈ ਪ੍ਰੈਜ਼ੀਡੈਂਟ ਹੈ, ਕੋਈ ਸਾਇੰਟਿਸਟ ਹੈ। ਫਿਰ ਮਹਿਸੂਸ ਕੀਤਾ ਵੀ ਅੱਛਾ ਸਾਰੇ ਹੀ ਨਾ ਚਾਹੁੰਦੇ ਵੀ ਦੁਨੀਆ ਤੋਂ ਜਾਣਾ ਪੈਂਦਾ, ਕੌਣ ਹੈ ਉਹ ਪਾਵਰ, ਉਹ ਲਾਈਕ ਸਾਰਾ ਕੁਝ ਲਿੰਕ ਹੁੰਦਾ ਗਿਆ। ਫਿਰ ਮਹਿਸੂਸ ਕੀਤਾ ਅੱਛਾ ਉਹਨਾਂ ਦਾ ਪਾਰਟ, ਹੁਣ ਸਾਡੀ ਗੱਡੀ ਜਿਹੜੀ ਹੁੰਦੀ ਹੈ, ਇੱਕ ਮਾਡਲ ਲੈ ਲੈਂਦੇ ਸੀ ਗੱਡੀ ਦਾ, ਜਦੋਂ ਉਸ ਤੋਂ ਨੈਕਸਟ ਮਾਡਲ ਆਉਂਦਾ ਉਸੇ ਕੰਪਨੀ ਦਾ, ਉਹਦੀਆਂ ਲਾਈਟਾਂ ਉਹਨੂੰ ਨਹੀਂ ਪੈਂਦੀਆਂ। ਮੈਂ ਕਿਹਾ ਕਈ ਵਾਰ ਉਹਨਾਂ ਦੀ ਅੱਖ ਕੱਢ ਕੇ, ਗੋਰਿਆਂ ਦੀ ਅੱਖ ਕੱਢ ਕੇ ਸਾਨੂੰ ਪਾ ਦਿੰਦੇ ਆ, ਸਾਡੀਆਂ ਕੱਢ ਕੇ ਉਹਨਾਂ ਨੂੰ ਪਾ ਦਿੰਦੇ ਆ। ਇਟ ਮੀਨਸ ਸਾਡਾ ਸਾਰਿਆਂ ਦਾ ਸਿਸਟਮ, ਬਣਾਉਣ ਵਾਲਾ ਸਿਸਟਮ ਵੀ ਇੱਕੋ ਹੀ ਹੈ, ਇਸ ਨੂੰ ਬਣਾਉਣ ਵਾਲਾ ਵੀ ਇੱਕੋ ਹੀ ਹੈ। ਅਦਰਵਾਈਜ਼ ਤਾਂ ਇੱਕ ਕੰਪਨੀ ਦੀ ਗੱਡੀ ਹੋਵੇ, ਉਸ ਦੇ ਨੈਕਸਟ ਮਾਡਲ ਨੂੰ ਨਹੀਂ ਪੈਂਦੀ। ਪਰ ਉਹ ਜਿਹੜਾ ਹੈ ਸਾਡਾ ਸਿਸਟਮ ਹੈਗਾ, ਸਰੀਰ ਦੇਖਦੇ ਹਾਂ ਅਸੀਂ ਵੀ ਸਾਡਾ ਇੱਕ ਦੂਜੇ ਨੂੰ ਫਿੱਟ ਹੋ ਜਾਂਦਾ ਹੈ, ਤੇ ਇਸ ਦਾ ਮਤਲਬ ਸਾਨੂੰ ਬਣਾਉਣ ਵਾਲਾ ਇੱਕ ਹੈ। ਇਹ ਰਿਅਲਾਈਜ਼ ਜਦੋਂ ਹੋ ਜਾਂਦਾ ਹੈ, ਫਿਰ ਇਹ ਸਾਰੇ ਸਾਥੀ ਸਾਡੇ ਮਤਲਬ ਜਦੋਂ ਰੁਲਦੇ ਦੇਖੇ ਕਿ ਇਹਨਾਂ ਨੂੰ ਲੋੜ ਹੈਗੀ ਹੈ, ਇੰਨਾ ਵੱਡਾ ਦਰਦ ਜ਼ਿੰਦਗੀ ਦੇ ਵਿੱਚ ਦੇਖਿਆ ਇਹਨਾਂ ਦੇ, ਤੇ ਫਿਰ ਜਦੋਂ ਦੇਖਿਆ ਵੀ ਬਹੁਤ ਕਿ ਕਿੰਨਾ ਕੁ ਸਰਕਾਰ ਦਾ ਤੇ ਗੈਰ ਸਰਕਾਰੀ ਕਿੰਨਾ ਕੁ ਅਰੇਂਜਮੈਂਟ ਹੈ, ਕਿੱਦਾਂ ਦੀਆਂ ਹੈਲਪਲਾਈਨਸ, ਤੇ ਜਦੋਂ ਲੋੜੀਂਦਾ ਪ੍ਰਬੰਧ ਨਹੀਂ, ਤੇ ਫਿਰ 2 ਕਮਰੇ ਕਿਰਾਏ ਤੇ ਲੈ ਕੇ ਮਾਲਕ ਦਾ ਓਟ ਆਸਰਾ ਤੱਕ ਕੇ ਪ੍ਰਭ ਆਸਰਾ ਸੰਸਥਾ ਜਿਹੜੀ ਸੀ, ਇਹਨਾਂ ਦਾ ਘਰ ਜਿਹੜਾ ਸੀ ਸ਼ੁਰੂ ਹੋ ਗਿਆ। ਇਹ 15 ਦਸੰਬਰ 2003 ਨੂੰ ਸ਼ੁਰੂ ਹੋਇਆ। ਬਿਲਕੁਲ ਬਿਲਕੁਲ। ਤੇ ਉਸ ਤੋਂ ਬਾਅਦ ਫਿਰ ਲਾਈਕ ਘਰ ਹੈ ਐਸਾ, ਇਹ ਕਿਰਾਏ ਦੇ ਉੱਤੇ ਸ਼ੁਰੂ ਹੋਇਆ, ਕਿਰਾਏ ਦੀਆਂ ਕੋਠੀਆਂ ਫਿਰ ਹੋਰ ਬਦਲੀਆਂ ਖਰੜ ਦੇ ਵਿੱਚ। ਸ਼ੁਰੂ ਚ 2 ਕਮਰੇ ਲੈ ਕੇ 2 ਕਮਰੇ ਕਿਰਾਏ ਤੇ ਲੈ ਕੇ। ਉਸ ਵੇਲੇ ਹਾਲਾਤ ਇਹ ਸੀ ਕਿ ਕਿਉਂਕਿ ਲਾਈਕ ਜਿਹੜੇ ਇੰਚਾਰਜ ਹੁੰਦੇ ਸੀ ਹਸਪੀਟਲਾਂ ਦੇ, ਡਾਇਰੈਕਟਰ ਹੁੰਦੇ ਸੀ, ਉਹਨਾਂ ਨੂੰ ਰਿਕੁਐਸਟ ਕੀਤੀ, ਕੁਝ ਡਿਪਰੈਸ਼ਨ ਦੇ ਕੇਸ ਤੇ ਬਜ਼ੁਰਗ ਸਾਡੇ ਸਾਹਮਣੇ ਕਾਫੀ ਆਏ, ਤੇ ਉੱਥੇ ਉਹ ਸ਼ਰਤਾਂ ਹੁੰਦੀਆਂ ਸੀ ਕਿ ਇਹਨਾਂ ਦੇ ਨਾਲ ਰਹਿਣਾ ਪਏਗਾ। ਉਹ ਬੜਾ ਮਹਿਸੂਸ ਹੁੰਦਾ ਸੀ ਵੀ ਸਾਡੇ ਹੀ ਦੇਸ਼ ਦਾ ਹਸਪੀਟਲ ਹੋਵੇ, ਸਾਡੀ ਸਟੇਟ ਦੇ ਹਸਪੀਟਲ ਹੋਣ, ਤੇ ਸਾਡੇ ਹੀ ਦੇਸ਼ ਦਾ ਨਾਗਰਿਕ ਹੋਵੇ, ਤੇ ਇਹਦੇ ਉੱਤੇ ਇੰਨੀਆਂ ਸ਼ਰਤਾਂ, ਨਾ ਇਹਨੂੰ ਐਂਬੂਲੈਂਸ ਬਿਨਾਂ ਸ਼ਰਤ ਚੱਕ ਰਹੀ ਹੈ, ਬਜ਼ੁਰਗ ਇਕੱਲੇ ਪਏ ਆ, ਸੜਕ ਦੇ ਕਿਨਾਰੇ ਤੇ ਪਏ ਆ, ਕੋਠੀ ਦੇ ਵਿੱਚ ਪਏ ਆ, ਇਕੱਲੇ ਰਹਿ ਗਏ, ਤੇ ਭਾਵੇਂ ਉਹਦੇ ਕੋਲ ਮਤਲਬ ਪੈਸੇ ਵੀ ਹੈਗੇ ਆ, ਉਹਦੀ ਪੈਨਸ਼ਨ ਵੀ ਹੈਗੀ ਹੈ, ਇੰਨਾ ਕੁਛ ਹੋਣ ਦੇ ਬਾਵਜੂਦ ਉਹਨੂੰ ਸਹਾਰੇ ਦੀ ਲੋੜ ਹੈ, ਇਲਾਜ ਦੀ ਲੋੜ ਹੈ। ਬੜੀਆਂ ਦਰਦ ਭਰੀਆਂ ਕਹਾਣੀਆਂ, ਮਤਲਬ ਕਹਿ ਲਓ ਵੀ ਇੰਨੇ ਅਮੀਰ ਜਿਹੜੇ ਸ਼ਹਿਰ, ਅਮੀਰ ਬੰਦੇ, ਜਿਹਦੇ ਵਿੱਚ ਅਸੀਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਲੈਂਦੇ ਹਾਂ, ਜਿਹਦੇ ਵਿੱਚ ਅਸੀਂ ਚੰਡੀਗੜ੍ਹ ਵੀ ਲੈਂਦੇ ਹਾਂ, ਹੈ ਨਾ, ਜਦੋਂ ਮਤਲਬ ਸਾਡੇ ਇੱਦਾਂ ਸਾਹਮਣੇ ਆਉਣਾ, ਸਾਨੂੰ ਫੋਨ ਆਉਣੇ, ਤੇ ਅਸੀਂ ਜਾ ਕੇ ਦੇਖਣਾ ਵੀ ਇੰਨੇ ਕਰੋੜ ਦੀਆਂ ਕੋਠੀਆਂ, ਇੰਨੀਆਂ ਉਹਨਾਂ ਦੀਆਂ ਪੈਨਸ਼ਨਾਂ, ਪਰ ਅੰਦਰ ਪਏ ਕਹਿ ਲਓ ਬਿਮਾਰੀਆਂ ਦੀ ਪੀੜਾ, ਦਰਦ ਨੂੰ ਝੱਲ ਰਹੇ ਹੈ ਨਾ। ਹੁਣ ਦਰਦੇ ਦਾਸਤਾਨ ਤੁਸੀਂ ਜਿਹੜੀ ਸ਼ੁਰੂ ਕੀਤੀ ਹੈ, ਮੈਨੂੰ ਲੱਗਦਾ ਬਹੁਤ ਵਾਕਈ ਹੀ ਬੜੀ ਇੰਪੋਰਟੈਂਟ ਕਹਿ ਲਓ ਵੀ ਇੱਕ ਮੁੱਦਾ ਹੈਗਾ, ਜਿਹੜਾ ਕਿ ਅੱਜ ਦਾ ਜਿਹੜਾ ਕਿ ਬੜਾ ਵਿਚਾਰਨਾ ਚਾਹੀਦਾ ਹੈ। ਜੇ ਵਿਚਾਰਾਂਗੇ ਤਾਂ ਫਿਰ ਦੇ ਸੋਲਿਊਸ਼ਨ ਵੀ ਨਿਕਲਣਗੇ। ਉਸ ਦੇ ਵਿੱਚ ਜਦੋਂ ਅਸੀਂ ਉਹਦੇ ਕੋਲ ਗਏ, ਪੁਲਿਸ ਨੇ ਇਨਫੋਰਮੇਸ਼ਨ ਦਿੱਤੀ, ਲਾਗੇ ਗਏ, ਤੇ ਸੰਬੰਧਿਤ ਡਿਪਾਰਟਮੈਂਟ ਵੀ ਉੱਥੇ ਰਿਕੁਐਸਟ ਕਰਕੇ ਬੁਲਾਇਆ ਵੀ ਹਾਲਾਤ ਦੇਖੋ। ਪਰ ਸਵਾਲ ਇਹ ਸੀ ਉਹਦਾ ਦਰਦ ਘਟਾਏਗਾ ਕੌਣ, ਦਰਦ ਵੰਡਾਏਗਾ ਕੌਣ? ਕਹਿੰਦੇ ਕੀ ਕਰਨਾ ਚਾਹੀਦਾ? ਮੈਂ ਕਿਹਾ ਬਿਨਾਂ ਸ਼ਰਤ ਹਸਪੀਟਲ ਸ਼ਿਫਟ ਹੋਣੇ ਚਾਹੀਦੇ। ਕਹਿੰਦੇ ਰਿਸਪੌਂਸਿਬਿਲਿਟੀ ਕੌਣ ਲਏਗਾ? ਮਤਲਬ ਸਵਾਲ ਖੜੇ ਹੋ ਰਹੇ ਸੀ, ਜਦੋਂ ਕਿ ਸਾਡਾ ਲੋਕਤੰਤਰ ਦੇਸ਼ ਹੈ, ਸਵਾਲ ਬਣਦਾ ਨਹੀਂ ਹੈਗਾ, ਬਿਨਾਂ ਸ਼ਰਤ ਸਟੇਟ ਨੇ ਸੰਭਾਲਣੇ ਹੁੰਦੇ ਹਨ। ਬਿਲਕੁਲ ਬਿਲਕੁਲ। ਇਸ ਕਰਕੇ ਦਰਦ ਵੱਧ ਗਿਆ, ਕਿਉਂਕਿ ਸਾਡਾ ਸੰਵਿਧਾਨ, ਸਾਡੇ ਜੋ ਬਣਿਆ ਸਾਡੇ ਵੈਲਫੇਅਰ ਦੇ ਲਈ, ਉਸ ਸੰਵਿਧਾਨ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਮੁਸ਼ਕਲ ਆ ਰਹੀ ਹੈ। ਇਸ ਕਰਕੇ ਇਹ ਦਰਦ ਜਿਹੜੇ ਹਨ ਬਹੁਤ ਵੱਧ ਚੁੱਕੇ ਹਨ ਹੁਣ, ਜਿਸ ਕਰਕੇ ਤੁਹਾਨੂੰ ਵੀ ਇਹ ਦਾਸਤਾਨ ਜਿਹੜੀ ਹੈ ਹੁਣ ਸਮਾਜ ਦੇ ਸਾਹਮਣੇ ਰੱਖਣ ਦੀ ਬਹੁਤ ਸਟਰੋਂਗ ਫੀਲਿੰਗ ਤੁਹਾਡੇ ਵਿੱਚ ਆਈ ਹੈ। ਤੇ ਇਸ ਦੀਆਂ ਮੈਂ ਵੈਸੇ ਤੁਹਾਡੀ ਸਮੁੱਚੀ ਟੀਮ ਨੂੰ ਵੀ ਸਲੂਟ ਕਰਦਾ ਹਾਂ, ਤੇ ਸਮੂਹ ਸਰੋਤਿਆਂ ਨੂੰ ਵੀ, ਮਤਲਬ ਏਸੀ ਦੇ ਵੀ ਜਿਹੜੇ ਦੇਖ ਰਹੇ ਹੈਗੇ ਆ, ਕਿ ਵਾਕਈ ਇਹ ਹਕੀਕਤ ਮੈਂ ਜੋ ਕਹਿ ਰਿਹਾ, ਇਹ ਕੋਈ ਮੈਂ ਸੁਣ ਕੇ ਨਹੀਂ ਕਹਿ ਰਿਹਾ। ਦਰਦ ਭਰੀਆਂ ਕਹਾਣੀਆਂ ਹੈ, ਤੇ ਉਸ ਨੂੰ ਹਸਪੀਟਲ, ਉਹ ਬਜ਼ੁਰਗ ਜਿਨ੍ਹਾਂ ਦੀ ਪੈਨਸ਼ਨ ਵੀ 1.5 ਲੱਖ ਹੋਣੀ ਹੈ, ਉਹਨਾਂ ਦਾ ਮੇਰੇ ਕੋਲ ਸਾਰਾ ਰਿਕਾਰਡ ਹੈਗਾ, ਸਾਡੇ ਕੋਲ ਸਾਰਾ ਕੁਝ, ਮੈਂ ਲਾਈਕ ਤੱਥਾਂ ਦੇ ਆਧਾਰ 'ਤੇ ਗੱਲ ਕਰ ਰਿਹਾ। ਤੇ ਉਹਨੂੰ ਪਰ ਹਸਪੀਟਲ ਸ਼ਿਫਟ ਕਰਨ ਵਾਸਤੇ ਕੋਈ ਤਿਆਰ ਨਹੀਂ ਸੀ ਹੋ ਰਿਹਾ। ਮਤਲਬ ਉੱਥੇ ਰਿਸਪੌਂਸਿਬਿਲਿਟੀ ਕੋਈ ਲਏਗਾ, ਕਹਿੰਦੇ ਤਾਂ ਹੋਏਗਾ। ਫਿਰ ਉਹਨਾਂ ਦੀ ਰਿਸਪੌਂਸਿਬਿਲਿਟੀ ਲਈ ਫਿਰ ਉਹਨਾਂ ਦੇ ਦਰਦ ਨੂੰ ਥੋੜ੍ਹੀ ਜਿਹੀ, ਮਤਲਬ ਦਰਦ ਨੂੰ ਵੰਡਾਇਆ ਗਿਆ ਹੈ ਨਾ, ਜਿਹਦੇ ਵਿੱਚ ਮਤਲਬ ਕਹਿ ਲਓ ਵੀ ਲੜਕੀ ਵੀ ਹੈਗੀ ਹੈ, ਉਹਨਾਂ ਦੇ ਨੌਜਵਾਨ ਬੱਚਾ ਵੀ ਹੈਗਾ ਸੀ, ਤੇ ਹੋਰ ਬਹੁਤ ਸਾਰੇ ਵੱਡੀਆਂ ਕੋਠੀਆਂ ਦੀਆਂ ਕਹਾਣੀਆਂ ਇੱਦਾਂ ਹੀ, ਤੇ ਉਹਦੇ ਵਿੱਚ ਪਏ ਹੈ, ਤੜਫ ਰਹੇ ਹੈ। ਤੇ ਜਦੋਂ ਮੇਰੇ ਕੋਲ ਫੋਨ ਆਇਆ, ਕਹਿੰਦੇ ਇਹ ਹਾਲਾਤ ਹੈ ਵੀ ਅਸੀਂ ਬਹੁਤ ਕੋਸ਼ਿਸ਼ ਕਰ ਲਈ ਸਟੇਟ ਲੈਵਲ 'ਤੇ, ਸਟੇਟ ਦੇ ਜਿਹੜੇ ਇਸ ਲਾਈਕ ਡਿਪਾਰਟਮੈਂਟ ਦੇ ਹੈੱਡ ਆ, ਅਸੀਂ ਉਹਨਾਂ ਨਾਲ ਵੀ ਗੱਲ ਕਰ ਲਈ, ਤੇ ਮੈਂ ਵੀ ਜਾ ਕੇ ਫਿਰ ਲਾਈਕ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ। ਉਹ ਕਹਿੰਦੇ ਕੀ ਕੀਤਾ ਜਾ ਸਕਦਾ? ਮੈਂ ਕਿਹਾ ਜੀ ਇਹ ਤੜਫ ਰਹੇ ਹੈ, ਤੇ 3 ਕੋਠੀਆਂ ਤੱਕ ਸਮੈਲ ਜਾ ਰਹੀ ਸੀ, ਸਾਰੇ ਕੋਠੀਆਂ ਵਾਲੇ ਵੀ ਬਾਹਰ ਖੜੇ ਹੈ, ਤੇ
ਅੰਦਰ ਜਦੋਂ ਬੜੇ ਤੇ ਮੈਂ ਬੜਦੀ ਸਾਰ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਜੀ ਤੁਹਾਡੀ ਅਸੀਂ ਕੀ ਹੈਲਪ ਕਰ ਸਕਦੇ ਹਾਂ। ਬਸ ਉਹਨਾਂ ਨੇ ਕਹਿੰਦੇ ਵੀ ਬਸ ਮੈਨੂੰ ਦੇ ਸਾਇਨਾਈਡ ਦੇ ਕੁਛ ਵੀ, ਮੇਰੀ ਮੌਤ ਹੋ ਜਾਵੇ ਬਸ। ਮਤਲਬ ਇੰਨਾ ਦਰਦ। ਗੱਲ ਕਰ ਸਕਦੇ ਕਿ ਇੱਕ ਕੋਠੀ 'ਚ ਰਹਿਣ ਵਾਲਾ ਇੱਕ ਝੌਂਪੜੀ 'ਚ ਰਹਿਣ ਵਾਲੀ ਦੀ ਹਾਲਤ ਸੇਮ ਹੈ, ਇੰਨਾ ਪੈਸਾ ਹੋਣ ਦੇ ਬਾਵਜੂਦ ਵੀ। ਨਹੀਂ ਸੇਮ ਨਹੀਂ, ਉਹਦਾ ਦਰਦ ਜ਼ਿਆਦਾ ਹੈ, ਉਹਦਾ ਦਰਦ ਜ਼ਿਆਦਾ ਹੈ। ਉਹ ਆਰਾਮ ਨਾਲ ਸੌਂ ਗਿਆ ਫਿਰ ਵੀ, ਪਰ ਉਹਨਾਂ ਨੂੰ ਇੰਨਾ ਮੁਸ਼ਕਲ ਆ ਗਈ। ਸਿਹਤ ਨੇ ਅਲਾਉ ਨਹੀਂ ਕੀਤਾ, ਮਾਂ ਬਾਪ ਚਲੇ ਗਏ, ਜੀਵਨ ਸਾਥੀ ਵੀ ਚਲੇ ਗਏ, ਬੱਚਾ ਸੀ ਉਹਨੇ ਬੁਰੀ ਤਰ੍ਹਾਂ ਇਗਨੋਰ ਕਰ ਦਿੱਤਾ ਬੱਚੀ ਨੇ। ਤੇ ਫਿਰ ਉਸ ਤੋਂ ਬਾਅਦ ਉਹ ਮਤਲਬ ਪੈਰਾਲਾਈਸਿਸ ਹੋਇਆ ਤੇ ਉਹ ਮਤਲਬ ਸਿਹਤ ਅਲਾਉ ਨਹੀਂ ਕਰ ਰਹੀ। ਉਹ ਮਤਲਬ ਕਹਿ ਲਓ ਵੀ ਵਾਸ਼ਰੂਮ ਤੱਕ ਨਹੀਂ ਜਾ ਸਕਦੇ ਨਾ, ਉੱਥੇ ਹੀ ਪਏ ਤੜਫ ਰਹੇ, ਸਿਰ ਤੇ ਕੱਪੜਾ ਵੀ ਨਹੀਂ। ਤੇ ਇੰਨੇ ਵੈਲ ਐਜੂਕੇਟਿਡ ਹੈ, ਜਿਹੜੇ ਕਾਲਜਾਂ 'ਚੋਂ ਪੜ੍ਹੇ ਹੋਏ ਆ ਉਹਨਾਂ ਕਾਲਜਾਂ 'ਚ ਐਡਮਿਸ਼ਨਾਂ ਲੈਣੀਆਂ ਸੌਖੀ ਗੱਲ ਨਹੀਂ ਹੈਗੀ। ਤੇ ਜਿਹੜੀਆਂ ਪੋਸਟਾਂ 'ਤੇ ਉਹਨਾਂ ਨੇ ਕੰਮ ਕੀਤਾ ਹੈਗਾ ਬਹੁਤ ਉੱਚੀਆਂ ਤੇ ਕਹਿਣ ਤੋਂ ਮੇਰਾ ਭਾਵ ਹੈ ਵੀ ਇਹਨਾਂ ਹਾਲਾਤਾਂ ਦੇ ਵਿੱਚ ਨਾਗਰਿਕ ਜਦੋਂ ਦਰਦ ਚੱਲ ਰਿਹਾ ਹੁੰਦਾ, ਉਹਦਾ ਦਰਦ ਵੰਡਾਉਣ ਦਾ ਜਿਹੜਾ ਹੈ ਨਾ ਸਾਡਾ ਇਹ ਬਹੁਤ ਸਾਡਾ ਸਿਸਟਮ ਜਿਹੜਾ ਹੈਗਾ ਉਹਦੇ ਉੱਤੇ ਵਰਕ ਕਰਨ ਦੀ ਲੋੜ ਹੈ। ਰਲ ਮਿਲ ਕੇ ਸਮਾਜ ਨੂੰ, ਸਰਕਾਰ ਨੂੰ ਇਹਦੇ ਉੱਤੇ ਬਹੁਤ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਲੋੜ ਅਨੁਸਾਰ ਉਹ ਦਰਦ ਵੰਡਾਇਆ ਜਾ ਸਕੇ। ਤੇ ਉਸ ਦੇ ਵਿੱਚ ਮਤਲਬ ਉਹਨਾਂ ਨੂੰ ਫਿਰ ਮੈਂ ਕਿਹਾ ਵੀ ਇਹਨਾਂ ਦੀ ਕੋਠੀ ਨੂੰ ਤੇ ਤਾਲਾ ਲਾ ਦਿਓ ਆ ਕੇ। ਉਹਨਾਂ ਦੀ ਕੋਠੀ ਏਡੀ ਵੱਡੀ ਕੋਠੀ, ਔਰ ਹੈ ਕਿੱਥੇ, ਜਿਹੜਾ ਸਭ ਤੋਂ ਅਮੀਰ ਤੇ ਪੜ੍ਹੇ ਲਿਖੇ ਲੋਕਾਂ ਦਾ ਸ਼ਹਿਰ ਹੈ, ਪੋਸ਼ ਏਰੀਆ ਕਹਿ ਸਕਦੇ ਹਾਂ, ਮੈਂ ਉਸ ਦੀ ਗੱਲ ਕਰ ਰਿਹਾ। ਠੀਕ ਹੈ, ਤੇ ਉਸ ਦੇ ਘਰ ਨੂੰ ਕੋਈ ਤਾਲਾ ਲਾਉਣ ਵਾਲਾ ਨਹੀਂ ਹੈਗਾ। ਤੇ ਰਿਸਪੌਂਸਿਬਿਲਟੀ ਮੈਂ ਕਿਹਾ ਅਸੀਂ ਘਰ ਦੇ ਵਿੱਚੋਂ ਕੱਢ ਕੇ ਲੈ ਕੇ ਜਾ ਰਹੇ ਹਾਂ। ਅਸੀਂ ਸੰਵਿਧਾਨ ਦੀ ਰਿਸਪੈਕਟ ਕਰਦੇ ਹਾਂ, ਪਰ ਸੰਵਿਧਾਨ ਜਿਹੜਾ ਹੈਗਾ ਨਾ ਉਸ ਦੇ ਉੱਤੋਂ ਨਾਗਰਿਕ ਨੂੰ ਕੁਰਬਾਨ ਨਹੀਂ ਕੀਤਾ ਜਾ ਸਕਦਾ। ਸਾਡੀ ਫੀਲਿੰਗ ਨੂੰ ਪਹਿਲਾਂ ਤਾਂ ਮੈਂ ਪੁੱਛਣ ਦੀ ਕੋਸ਼ਿਸ਼ ਕਰੀ ਵੀ ਸੰਵਿਧਾਨ ਨੂੰ ਬਚਾਈਏ ਜਾਂ ਨਾਗਰਿਕ ਨੂੰ ਬਚਾਈਏ, ਕੋਈ ਜਵਾਬ ਨਹੀਂ ਆਇਆ। ਫਿਰ ਮੈਂ ਕਿਹਾ ਵੀ ਸੰਵਿਧਾਨ ਜਿਹੜਾ ਉਹਦੀ ਰਿਸਪੈਕਟ ਅਸੀਂ ਬਹੁਤ ਕਰਦੇ ਹਾਂ, ਪਰ ਇੰਨੀ ਨਹੀਂ ਕਰਦੇ ਕਿ ਨਾਗਰਿਕ ਨੂੰ ਅਸੀਂ ਸੰਵਿਧਾਨ ਤੋਂ ਕੁਰਬਾਨ ਕਰ ਦਈਏ। ਸੰਵਿਧਾਨ ਨੂੰ ਨਾਗਰਿਕ ਤੋਂ ਕੁਰਬਾਨ ਕੀਤਾ ਜਾ ਸਕਦਾ ਕਿਉਂਕਿ ਨਾਗਰਿਕ ਦੇ ਲਈ ਸੰਵਿਧਾਨ ਹੈ। ਤੇ ਫਿਰ ਉੱਥੇ ਸਾਨੂੰ ਫੈਸਲਾ ਲੈ ਕੇ ਅਸੀਂ ਰਿਕੁਐਸਟ ਕੀਤੀ ਐਡਮਿਨਿਸਟ੍ਰੇਸ਼ਨ ਨੂੰ ਕਿ ਇਹਨਾਂ ਦੀ ਕੋਠੀ ਨੂੰ ਤਾਲਾ ਲਾ ਦਿੱਤਾ ਜਾਵੇ। ਤੇ ਲਾਈਕ ਉਹਦੇ ਵਿੱਚ ਵੀ ਸਾਨੂੰ ਬਹੁਤ ਜ਼ਿਆਦਾ ਇੰਤਜ਼ਾਰ ਕਰਨੀ ਪਈ। ਚਲੋ ਫਿਰ ਅਸੀਂ ਆਪਣੀ ਐਂਬੂਲੈਂਸ ਸਾਡੀ ਫਟਾਫਟ ਜੇ ਰੱਖ ਕੇ ਅਸੀਂ ਲੈ ਕੇ ਜਾਣ ਲੱਗੇ ਸੀ ਤੇ ਇੰਨੀ ਦੇਰ ਨੂੰ ਚਲੋ ਇੱਕ ਅਥਾਰਟੀ ਦੇ ਮੈਂਬਰ ਆਏ ਤੇ ਉਹਨਾਂ ਨੇ ਤਾਲਾ ਲਾਇਆ। ਦਰਦਾਂ ਮਤਲਬ ਦਾਸਤਾਨ ਮੈਂ ਕਹਿੰਦਾ ਵੀ ਦਰਦ ਇੰਨੀ ਜ਼ਿਆਦਾ ਸਾਡੇ ਸਮਾਜ ਦੇ ਵਿੱਚ ਵੀ ਜਿਸ ਦੇ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ ਪਹਿਲਾਂ ਹੈ ਨਾ, ਉਹ ਰੋਟੀ ਜਿਹੜਾ ਪੇਟ ਭਰ ਕੇ ਰੋਟੀ ਖਾਣਾ, ਉਹ ਭੁੱਖ ਦਾ ਵੀ ਦਰਦ ਹੈਗਾ, ਇਲਾਜ ਨਾ ਮਿਲਣਾ, ਉਹ ਬਿਮਾਰੀਆਂ ਦੀ ਪੀੜਾ ਦਾ ਦਰਦ ਵੀ ਹੈਗਾ ਹੈ ਨਾ। ਤੇ ਮਤਲਬ ਲੋੜੀਂਦੀ ਐਜੂਕੇਸ਼ਨ ਨਾ ਮਿਲਣਾ ਜਿਹੜੀ ਕਿ ਸਾਡੀ ਡਿਵੈਲਪਮੈਂਟ ਦੇ ਵਿੱਚ ਬਹੁਤ ਜ਼ਿਆਦਾ ਹੈਲਥ ਵੀ ਤੇ ਐਜੂਕੇਸ਼ਨ ਵੀ ਬਹੁਤ ਇੰਪੋਰਟੈਂਟ ਹੈ। ਜਦੋਂ ਬੰਦਾ ਇਸ ਨੂੰ ਵੀ ਤਰਸਦਾ ਹੈ, ਉਹਦੇ ਦਰਦ ਦੀ ਉਹਦੀ ਪੀੜਾ ਦਾ ਅੰਦਾਜ਼ਾ ਕੌਣ ਲਾਏਗਾ? ਠੀਕ ਹੈ, ਬਹੁਤ ਔਖਾ ਉਹਦੇ ਹਾਲਾਤਾਂ ਨੂੰ ਬਿਆਨ ਕਰਨਾ। ਇੱਦਾਂ ਹੀ ਜਸਟਿਸ ਦੀ ਗੱਲ ਕਰਦੇ ਹਾਂ ਅਸੀਂ, ਮਤਲਬ ਇੰਨੀਆਂ ਦਰਦ ਭਰੀਆਂ ਕਹਾਣੀਆਂ ਹੈਗੀਆਂ ਹੈ ਕਿ ਇਹਨਾਂ ਦੇ ਇਹ ਐਸੇ ਹਾਲਾਤਾਂ ਦੀ ਪੀੜਾ ਨੂੰ ਜ਼ਰ ਰਹੇ ਹੈ, ਕਿਸ ਨੂੰ ਦੁਖੜੇ ਸੁਣਾਉਣ ਕਿ ਮਤਲਬ ਤੜਫ ਕੇ ਵਿਚਾਰੇ ਮੌਤ ਦੇ ਮੂੰਹ 'ਚ ਪੈ ਰਹੇ ਹੈ। ਹਾਲਾਤ ਐਸੇ ਬਣੇ ਹੋਏ ਹਨ। ਕੋਈ ਡਿਪਰੈਸ਼ਨ ਚਲਾ ਗਿਆ, ਟ੍ਰੀਟਮੈਂਟ ਨਹੀਂ ਮਿਲ ਰਿਹਾ, ਟ੍ਰੀਟਮੈਂਟ ਇੰਨਾ ਜ਼ਿਆਦਾ ਕਾਸਟਲੀ ਕਮਰਸ਼ੀਅਲ ਹੋ ਚੁੱਕਿਆ ਹੈ ਕਿ ਮੈਜੋਰਿਟੀ ਸਾਡੇ ਦੇਸ਼ ਦੇ ਨਾਗਰਿਕ ਦੀ ਪਹੁੰਚ ਤੋਂ ਪਰੇ ਜਾ ਚੁੱਕਿਆ ਹੈ ਨਾ। ਤੁਸੀਂ ਬਹੁਤ ਕੁਝ ਸ਼ਾਇਦ ਦੇਖ ਹੀ ਰਹੇ ਹੋ ਨਾ, ਇਹੋ ਜਿਹੇ ਹਾਲਾਤ ਹੈਗੇ। ਇਸ ਕਰਕੇ ਪ੍ਰਭ ਆਸਰਾ ਸੰਸਥਾ ਜਿਹੜੀ ਹੈਗੀ ਤੁਸੀਂ ਕਰ ਰਹੇ ਸੀ ਵੀ ਕਿਉਂ ਲੋੜ ਮਹਿਸੂਸ ਹੋਈ, ਮੈਂ ਇਹ ਕਹਿੰਦਾ ਹੈ ਵੀ ਕਿਉਂ ਨਹੀਂ ਲੋੜ ਮਹਿਸੂਸ ਹੋਊਗੀ ਜਦੋਂ ਤੁਹਾਨੂੰ ਆਪਣੇ ਲੱਗਦੇ ਆਪਣੇ ਫੈਲੋ ਬੀਇੰਗ ਆਪਣੇ ਸਮਾਜਿਕ ਪਰਿਵਾਰ ਦੇ ਮੈਂਬਰ ਤੁਹਾਡੇ ਸਾਹਮਣੇ, ਹੁਣ ਜਿਨ੍ਹਾਂ ਦੇ ਕੋਲ ਏਬਲ ਬੋਡੀ ਨਹੀਂ ਰਹੀ, ਜਿਨ੍ਹਾਂ ਨੂੰ ਕੋਈ ਸਹਾਰਾ ਨਹੀਂ ਰਿਹਾ, ਜਿਨ੍ਹਾਂ ਲਈ ਕੋਈ ਹਾਂ ਦਾ ਨਾਰਾ ਨਹੀਂ ਰਿਹਾ, ਉਹ ਨਾਗਰਿਕ ਜੋ ਤੁਹਾਡੇ ਸਾਹਮਣੇ ਤੁਹਾਡੇ ਆਪਣੇ ਹੀ ਐਸੇ ਦੇ ਦਰਦ ਝੱਲ ਰਹੇ ਹੋਣ ਤੇ ਆਪਣੇ ਅੰਦਰ ਦਰਦ ਨਾ ਉਪਜੇ ਤੇ ਫਿਰ ਸਾਡੇ ਇਨਸਾਨ ਹੋਣ ਤੇ ਇਨਸਾਨ ਰੋਲ ਰਿਹਾ, ਇਨਸਾਨ ਦਰਦ ਝੱਲ ਰਿਹਾ, ਦਰਦਾਂ ਦੀ ਪੀੜਾ ਨਾਲ ਕੁਰਲਾ ਰਿਹਾ, ਸਾਡੇ ਅੰਦਰ ਦਰਦ ਨਹੀਂ ਉਪਜ ਰਿਹਾ ਤਾਂ ਸਾਡੇ ਇਨਸਾਨ ਹੋਣ ਤੇ ਬਹੁਤ ਵੱਡਾ ਕੁਐਸਚਨ ਮਾਰਕ ਲੱਗਦਾ ਹੈ। ਤੇ ਆਵਾਜ਼ ਆਉਂਦੀ ਹੈ ਇਨਸਾਨ ਜ਼ਿੰਦਗੀ ਦੇ ਰਸਤੇ ਵਿੱਚ ਰੁਕ ਕੇ ਤਾਂ ਵੇਖ, ਇਨਸਾਨਾਂ ਵਾਲਾ ਰਾਹ ਕਿਤੇ ਦੂਰ ਰਹਿ ਗਿਆ, ਰੁਕ ਆਤਮਾ ਦੀ ਜ਼ਮੀਰ ਦੀ ਅੰਦਰ ਦੀ ਆਵਾਜ਼ ਨੂੰ ਸੁਣ ਕੇ ਤਾਂ ਦੇਖ, ਵਹਿਣਾ ਵਿੱਚ ਵਹਿੰਦਾ ਤੂੰ ਕਿੱਥੇ ਆ ਗਿਆ। ਅੱਜ ਤੇਰੇ ਸਾਹਮਣੇ ਇਨਸਾਨ ਰੋਲ ਰਿਹਾ, ਤੇਰੇ ਅੰਦਰਲਾ ਇਨਸਾਨ ਇੰਨਾ ਮਰ ਚੁੱਕਿਆ, ਪੰਛੀ ਵੀ ਰੌਲਾ ਪਾ ਲੈਂਦੇ ਆ ਪਰ ਤੇਰੇ ਅੰਦਰੋਂ ਆਵਾਜ਼ ਨਹੀਂ ਆ ਰਹੀ, ਤੇਰੇ ਆਪਣੇ ਹੀ ਅੱਜ ਰੋਲ ਕੇ ਮਰ ਰਹੇ ਹੈ, ਕੁਰਲਾ ਰਹੇ ਹੈ, ਹੈਲਪ ਲਈ ਮਦਦ ਦੇ ਲਈ ਬਾਰ-ਬਾਰ ਪੁਕਾਰ ਰਹੇ ਹੈ। ਤੇ ਇਸ ਕਰਕੇ ਮਤਲਬ ਬਾਰ-ਬਾਰ ਜਿਹੜੀ ਹੈਗੀ ਹੈ ਇਹ ਚੀਜ਼ ਫੋਰਸ ਕਰਦੀ ਰਹੀ। ਫਿਰ ਭਾਵੇਂ ਅਸੀਂ ਰੇਲਵੇ ਸਟੇਸ਼ਨਾਂ 'ਤੇ ਵੀ ਰਾਤਾਂ ਕੱਟੀਆਂ,
ਤੇ ਜਦੋਂ ਕੋਈ ਹੱਲ ਹੀ ਨਹੀਂ ਸੀ ਪਹਿਲੇ ਦਿਨਾਂ ਦੇ ਵਿੱਚ ਅਖੀਰ ਤੇ ਫਿਰ ਜਦੋਂ ਬਸ ਇਹ ਚੀਜ਼ ਕਿ ਨਹੀਂ ਕਿ ਇਸ ਨੂੰ ਨਜ਼ਰਅੰਦਾਜ਼ ਕਰਕੇ ਇਸ ਹੱਦ ਤੱਕ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਉਸ ਤੋਂ ਇਸ ਨੂੰ ਨਜ਼ਰਅੰਦਾਜ਼ ਕਰਨ ਤੋਂ ਪਹਿਲਾਂ ਇਹ ਸਰੀਰ ਸੰਸਾਰ ਤੋਂ ਚਲਿਆ ਜਾਵੇ ਤੇ ਇਹ ਬਹੁਤ ਅੱਛੀ ਗੱਲ ਹੈ। ਪਰ ਇਹ ਆਪਣੇ ਸਾਥੀਆਂ ਨੂੰ ਕਿਸੇ ਕੀਮਤ ਤੇ ਵੀ ਨਜ਼ਰਅੰਦਾਜ਼ ਕਰਕੇ ਜੀਣਾ ਬਹੁਤ ਮੁਸ਼ਕਲ ਹੈ, ਬਹੁਤ ਵੱਡਾ ਦਰਦ ਹੈ ਇਹ। ਇਸ ਦਰਦ ਦੇ ਵਿੱਚੋਂ ਪ੍ਰਭ ਆਸਰਾ ਨਿਕਲਿਆ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਦੇਸ਼ ਹੈ, ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ, ਅਸੀਂ ਰਿਸਪੈਕਟ ਕਰਦੇ ਹਾਂ, ਪਰ ਹਕੀਕਤ ਸੱਚਾਈ ਤੋਂ ਭੱਜ ਨਹੀਂ ਸਕਦੇ। ਸਾਡੇ ਦੇਸ਼ ਦੀਆਂ ਜਿਵੇਂ ਸਾਰੀਆਂ ਮਤਲਬ ਮੈਂ ਇੱਕ ਐਗਜ਼ਾਮਪਲ ਦੇਣ ਲੱਗਿਆ ਵੀ ਗੱਲ ਤਾਂ ਇੱਦਾਂ ਹੋਈ ਹੈ ਜੇ ਫਿਲਹਾਲ ਵੀ ਜਿਵੇਂ ਸਾਡੇ ਦੇਸ਼ ਦੀਆਂ ਸੜਕਾਂ ਸਾਰੀਆਂ ਨੈਸ਼ਨਲ ਹਾਈਵੇ ਜਿਹੜੇ ਰਿਪੇਅਰ ਮੰਗਦੇ ਹੁਣ ਟੁੱਟੀਆਂ ਹੋਣ ਤੇ ਅਸੀਂ ਇੱਕ ਛੋਟੇ ਜਿਹੇ ਪਿੰਡ ਦੀ ਛੋਟੀ ਜਿਹੀ ਗਲੀ ਦੀ ਰਿਪੇਅਰ 'ਚ ਲੱਗੇ ਹੋਏ ਹਾਂ। ਅਜੇ ਕਰਨਾ ਬਹੁਤ ਕੁਝ ਬਾਕੀ ਹੈ, ਅਜੇ ਸ਼ੁਰੂਆਤ ਹੈ। ਸ਼ਮਸ਼ੇਰ ਸਿੰਘ ਜੀ, ਸਮਾਜ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਜਿਹੜੀ ਜ਼ਿੰਮੇਵਾਰੀਆਂ ਤੁਸੀਂ ਲੈ ਰਹੇ ਹੋ, ਤੁਹਾਡੇ ਮੁਤਾਬਿਕ ਉਹ ਜ਼ਿੰਮੇਵਾਰੀਆਂ ਅਸਲ ਵਿੱਚ ਕਿਹਦੀਆਂ ਨੇ, ਉਹ ਕਿਹਨੂੰ ਨਿਭਾਉਣੀਆਂ ਚਾਹੀਦੀਆਂ ਨੇ, ਤੇ ਸਮਾਜ 'ਚ ਜੋ ਵੀ ਚੱਲ ਰਿਹਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਜ਼ਿੰਮੇਵਾਰੀਆਂ ਅਸੀਂ ਹਰ 5 ਸਾਲ ਬਾਅਦ ਦਿੰਦੇ ਆ ਰਹੇ ਹਾਂ। ਸਾਨੂੰ ਸੇਵਾ ਦਾ ਮੌਕਾ ਦਿਓ। ਇਹ ਸੁਣ ਕੇ ਸਾਡੇ ਕੰਨ ਜਿਹੜੇ ਆ ਬਹੁਤ ਜ਼ਿਆਦਾ ਹੈ ਨਾ, ਸਾਡੇ ਕੰਨਾਂ 'ਚ ਇਹ ਆਵਾਜ਼ਾਂ ਗੂੰਜ ਰਹੀਆਂ ਕਿ ਅਸੀਂ ਜ਼ਿੰਮੇਵਾਰੀ ਸੇਵਾ ਦਾ ਮੌਕਾ ਸਾਨੂੰ ਦੇ ਦਿਓ ਜੀ, ਅਸੀਂ ਇਹ ਚੀਜ਼ ਸੁਧਾਰ ਦਾਂਗੇ, ਇਹ ਹੋ ਜਾਊਗਾ ਹਾਲਾਤ। ਬਿਲਕੁਲ ਹਾਂ, ਕੋਈ ਵੀ ਮਤਲਬ ਜਿਹੜਾ ਹੈਗਾ ਉਹ ਐਜੂਕੇਸ਼ਨ ਨੂੰ ਕੋਈ ਇਲਾਜ ਬਿਨਾਂ ਨਹੀਂ ਰੋਲੇਗਾ, ਕੋਈ ਸੰਭਾਲ ਬਿਨਾਂ ਨਹੀਂ ਰੋਲੇਗਾ, ਲਾਈਕ ਕੋਈ ਪੇਟ ਭਰ ਕੇ ਖਾਣਾ ਖਾਣ ਨੂੰ ਤਰਸੇਗਾ ਨਹੀਂ। ਇਹਨਾਂ ਦਰਦਾਂ ਨੂੰ ਅਸੀਂ ਸਮਾਜ ਦੇ ਵਿੱਚੋਂ ਅੱਜਕੱਲ ਸਮਾਜ ਜਿਵੇਂ ਤੁਹਾਨੂੰ ਪਤਾ ਅਨਇੰਪਲੋਇਮੈਂਟ ਦੀ ਗੱਲ ਕਰ ਲਈਏ, ਬੇਸਿਕਲੀ ਐਜੂਕੇਸ਼ਨ ਤੋਂ ਬਾਅਦ ਆਬਵੀਅਸ ਦੀ ਗੱਲ ਹੈ ਸਾਰੇ ਜੌਬਸ ਦੇਖਦੇ ਨੇ ਤੇ ਕਹਿ ਰਹੇ ਸੀ ਕਿ ਜੌਬਸ ਮਿਲੂਗੀਆਂ, ਤੇ ਅੱਗੇ ਤੁਹਾਨੂੰ ਲੱਗਦਾ ਕਿ ਸਿਸਟਮ ਉਸ ਹਿਸਾਬ ਨਾਲ ਚੱਲ ਰਿਹਾ ਹੈ, ਕੁਝ ਹੋ ਰਿਹਾ ਹੈ? ਨਹੀਂ, ਮੇਰੇ ਲੱਗਣ ਨਾਲ ਤਾਂ ਕੀ ਹੈ, ਸਾਡੇ ਸਾਹਮਣੇ ਵਿਚਾਰੇ ਇੰਨੇ ਜ਼ਿਆਦਾ ਪੈਸਾ, ਜਿਹੜਾ ਪਹਿਲੀ ਗੱਲ ਤੇ ਪੈਸਾ ਲੋਕ ਕਰਜ਼ਾ ਚੱਕ ਕੇ ਪੈਸਾ ਲਾ ਰਹੇ, ਕੋਈ ਆਪਣੀ ਪ੍ਰਾਪਰਟੀ ਵੇਚ ਕੇ ਪੈਸਾ ਲਾ ਕੇ, ਮਤਲਬ ਇੰਨਾ ਜ਼ਿਆਦਾ ਇਹ ਕਮਰਸ਼ੀਅਲ ਹੋ ਚੁੱਕੀ ਹੈ ਸਾਡੀ ਇਹ ਡਿਪਾਰਟਮੈਂਟ, ਜਿਹੜੇ ਐਜੂਕੇਸ਼ਨ ਵਾਲੇ ਤੇ ਹੈਲਥ ਵਾਲੇ ਹੈ ਨਾ, ਜਿਹੜੇ ਕਿ ਇੱਕ ਸਾਡਾ ਜਿਹੜਾ ਨਾਗਰਿਕ ਹੈ ਨਾ, ਨਾਗਰਿਕ ਦਾ ਵਿਕਾਸ ਨਾ ਸਾਡੇ ਇਹ ਤਾਂ ਹੈਲਥ ਹੈ, ਜੇ ਹੈਲਥ ਹੈਗੀ ਤਾਂ ਹੀ ਸਭ ਕੁਝ ਹੈ। ਹੈਲਥ ਦੇ ਉੱਤੇ ਤੇ ਐਜੂਕੇਸ਼ਨ ਦੇ ਉੱਤੇ ਖੜਾ ਹੈਗਾ। ਇਹ ਵੀ ਕਮਰਸ਼ੀਅਲਾਈਜ਼ ਹੋ ਗਈ ਹੈਲਥ ਵੀ ਤੇ ਸਾਡਾ ਐਜੂਕੇਸ਼ਨ ਦਾ ਸਿਸਟਮ ਵੀ। ਤੇ ਫਿਰ ਜਿਹੜਾ ਨਾਗਰਿਕ ਜਿਹੜਾ ਹੈਗਾ ਉਸ ਤੋਂ ਬਾਅਦ ਇੰਨੀ ਮਿਹਨਤ ਕਰਨ ਦੀ ਕੋਸ਼ਿਸ਼ ਕਰਦਾ, ਪੈਸਾ ਚੱਕ ਕੇ, ਅੱਜ ਕੱਲ੍ਹ ਤੁਹਾਨੂੰ ਪਤਾ ਵੀ ਇਨਸਾਨ ਰੋਜ਼ ਕਮਾਉਂਦਾ ਤੇ ਉਹਦੀ ਇੰਨੀ ਜ਼ਿਆਦਾ ਮਹਿੰਗਾਈ ਹੈ। ਅੱਜ ਦੀ ਮਹਿੰਗਾਈ ਦੇ ਅੱਗੇ ਤਾਂ ਸਾਡੇ ਕੋਲ ਸ਼ਬਦ ਨਹੀਂ ਹੈਗੇ ਕੋਈ ਵੀ। ਉਹ ਸਾਡੇ ਦੇਸ਼ ਦਾ ਨਾਗਰਿਕ, ਉਹ ਆਪਣੀ ਗੱਡੀ, ਪਹਿਲੀ ਗੱਲ ਤਾਂ ਜਦੋਂ ਗੱਡੀ ਲੈਂਦਾ, ਕੋਈ ਮੋਟਰਸਾਈਕਲ ਲੈਂਦਾ, ਉਹਨੂੰ ਕਰਜ਼ੇ ਤੇ ਲੈਣਾ ਪੈਂਦਾ। ਕੋਈ ਉਹਨੇ ਬੜਾ ਮਕਾਨ ਬਣਾਉਣਾ, ਉਸ ਮਕਾਨ ਦਾ ਕਰਜ਼ਾ ਉਹਦੀ ਕਿਸ਼ਤ ਦੇਣੀ ਹੈਗੀ। ਹੁਣ ਮੋਟਰਸਾਈਕਲ ਵੀ ਕਿਸ਼ਤਾਂ ਦੇ ਉੱਤੇ ਲਿਆ ਉਹਨੇ, ਗੱਡੀ ਵੀ ਕਿਸ਼ਤਾਂ 'ਤੇ ਲਈ, ਉਹ 'ਚ ਤੇਲ ਪਾਉਣਾ ਇੰਨਾ ਮਹਿੰਗਾ, ਤੇ ਫਿਰ ਕੁਛ ਉਹਨੇ ਆਪਣੇ ਬੱਚਿਆਂ ਨੂੰ ਖਾਣ ਪੀਣ ਲਈ ਲੈ ਕੇ ਜਾਣਾ, ਤੇ ਇੰਨਾ ਜ਼ਿਆਦਾ ਹਰ ਇੱਕ ਚੀਜ਼ ਮਹਿੰਗੀ ਹੋ ਚੁੱਕੀ। ਸਿਲੰਡਰ ਜਿਹੜਾ ਹੈਗਾ, ਹੁਣ ਪੈਨਸ਼ਨ ਦੇ ਵੀ ਦਿੱਤੀ ਸਾਡੇ ਬਜ਼ੁਰਗ ਨੂੰ, ਤੇ ਪੈਨਸ਼ਨ ਜਿਹੜੀ ਹੈਗੀ ਕਿੰਨੀ ਕੁ ਦਿੱਤੀ ਹੈ, ਉਹਨਾਂ ਦਾ ਇੱਕ ਸਿਲੰਡਰ ਪਤਾ ਨਹੀਂ ਉਹਦੇ ਨਾਲ ਆਉਣਾ ਕਿ ਨਹੀਂ ਆਉਣਾ, ਤੇ ਉਸ ਤੋਂ ਬਾਅਦ ਫਿਰ ਬਾਕੀ ਜਿਹੜਾ ਸਮਾਨ ਹੈ ਤੇ ਉਹਦੀਆਂ ਜਿਹੜੀਆਂ ਮੈਡੀਸਨ ਹੈਗੀਆਂ ਅਖੀਰਲੇ ਸਮੇਂ ਦੇ ਵਿੱਚ, ਜ਼ਿੰਦਗੀ ਦਾ ਅਖੀਰਲੇ ਸਮੇਂ 'ਚ, ਜਿਵੇਂ ਨਾ ਬਚਪਨ ਦੇ ਵਿੱਚ ਸਹਾਰੇ ਦੀ ਲੋੜ ਹੈ ਸਾਨੂੰ, ਇਸੇ ਤਰੀਕੇ ਨਾਲ ਅਖੀਰਲੇ ਸਮੇਂ 'ਚ ਵੀ ਸਾਨੂੰ ਸਹਾਰੇ ਦੀ ਲੋੜ ਹੁੰਦੀ ਹੈ। ਜੇ ਸਾਡੇ ਸਾਹਮਣੇ ਸਾਡੇ ਉਹ ਬਜ਼ੁਰਗ ਅਖੀਰਲੇ ਸਮੇਂ 'ਚ ਰੁਲ ਗਏ ਤੇ ਫਿਰ ਉਹ ਨਹੀਂ ਹੈਗੇ ਬੇਵਸ ਤੇ ਲਾਚਾਰ ਅਸੀਂ ਹੋ ਗਏ, ਸਾਡਾ ਆਚਾਰ ਭ੍ਰਿਸ਼ਟ ਹੋ ਗਿਆ, ਜਿਸ ਦੇ ਸਿੱਟੇ ਵਜੋਂ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਪੇਟ ਭਰ ਕੇ ਰੋਟੀ ਖਾਣ ਦਾ ਵੱਡਾ ਸੰਘਰਸ਼ ਔਰ ਤਰਸਣ ਲੱਗੇ ਰੋਗੇ ਦਰਦ ਜਿਹੜਾ ਇੰਨਾ ਵੱਧ ਗਿਆ, ਇਲਾਜ ਨੂੰ ਤਰਸਣ ਲੱਗੇ ਕਿਉਂਕਿ ਆਚਾਰ ਜਿਹੜਾ ਸੀ ਨਾ ਉਹ ਭ੍ਰਿਸ਼ਟ ਹੋ ਗਿਆ ਸਾਡਾ। ਹਰ ਚੀਜ਼ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਹੈ। ਜੇ ਆਪਾਂ ਰੋਟੀ ਤੋਂ ਗੱਲ ਲੈ ਕੇ ਇਲਾਜ ਤੱਕ ਅੱਗੇ ਹੋਰ ਚੀਜ਼ਾਂ ਦੀ ਵੀ ਗੱਲ ਕਰੀਏ, ਇਹਦੇ ਲਈ ਮਤਲਬ ਸਾਡੇ ਦੇਸ਼ ਦੇ ਵਿੱਚ ਰਿਸੋਰਸਿਸ ਬਹੁਤ ਹੈ। ਸਾਡੇ ਬੱਚੇ ਇੱਧਰ ਜਾਂਦੀ ਸਾਰੇ ਇੱਧਰੋਂ ਪੜ੍ਹਦੇ ਹਨ ਤੇ ਉੱਧਰ ਵੱਡੀਆਂ ਪੋਸਟਾਂ ਦੇ ਉੱਤੇ ਲੱਗ ਜਾਂਦੇ ਹੈਗੇ ਆ। ਬਾਹਰਲੀ ਕੰਟਰੀ ਦੇ ਵਿੱਚ ਬਹੁਤ ਵੱਡੇ ਸਾਡੇ ਕੋਲ ਐਵੀਡੈਂਸ ਹੈ। ਸਾਡੇ ਕੱਲ ਵੀ ਕਿਹੜੀ ਚੀਜ਼ ਹੈ ਜਿਹੜੀ ਸਾਡੇ ਇੰਡੀਅਨਸ ਨੇ ਜਾ ਕੇ ਬਾਹਰਲੀ ਕੰਟਰੀ ਦੇ ਵਿੱਚ ਨਹੀਂ ਕੀਤੀ। ਤੇ ਮੈਂ ਤੇ ਆਪਣੀ ਐਕਸਪੀਰੀਅੰਸ ਵੀ ਤੁਹਾਨੂੰ ਦੱਸਾਂ ਵੀ ਲਾਈਕ ਉੱਥੇ ਜੋ ਕੁਛ ਜਿਸ ਤਰ੍ਹਾਂ ਦਾ ਮਤਲਬ ਜੀਵਨ ਉਹ ਜੀ ਰਹੇ ਹੈ, ਲਾਈਕ ਹਰ ਤਰ੍ਹਾਂ ਦੀ ਸਹੂਲਤ ਉਹਨਾਂ ਦੇ ਕੋਲ, ਉਹ ਮਿਹਨਤ ਕਰਦੇ ਹਨ ਤੇ ਉਹਨਾਂ ਦੀ ਮਿਹਨਤ ਦਾ ਮੁੱਲ ਮਿਲਦਾ ਹੈ। ਇੱਥੇ ਮਿਹਨਤਕਸ਼ ਲੋਕ, ਸਾਡਾ ਦੇਸ਼ ਹੈ ਇਸ ਕਰਕੇ ਅਸੀਂ ਬੋਲ ਰਹੇ ਹਾਂ, ਅਸੀਂ ਰਿਸਪੈਕਟ ਕਰਦੇ ਹਾਂ ਦੇਸ਼ ਦੀ, ਪਰ ਸਾਡਾ ਨਾਗਰਿਕ ਜਿਹੜਾ ਐਸੇ ਹਾਲਾਤਾਂ 'ਚ ਹੈ ਉਹ ਇੰਨੀ ਮਿਹਨਤ ਕਰਦਾ ਹੈ। ਅੱਜ ਤੁਸੀਂ ਭਾਵੇਂ ਉਹ ਦੇਖੋ ਜਿਹੜਾ ਸਾਨੂੰ ਹੁਣ ਦੇਖੋ ਇੱਥੇ ਜਿਹੜੀ ਰੋਟੀ ਹੈ, ਸਾਰੇ ਅਸੀਂ ਰੋਟੀ ਖਾਂਦੇ ਨਾ ਸਵੇਰੇ ਉੱਠ ਕੇ, ਉਹ ਰੋਟੀ ਜਿਹੜੀ ਦਿਨ ਰਾਤ ਮਿਹਨਤ ਕਰਕੇ ਰੋਟੀ ਬਣਾਉਂਦੇ ਆ ਸਾਡੇ, ਅੱਜ ਉਹ ਕਿੰਨੀ ਦੇਰ ਦੇ ਅੱਜ ਸਾਡੇ ਸਤਿਕਾਰਯੋਗ ਜਿਹੜੇ
ਲਾਈਕ ਅੰਨ ਪੈਦਾ ਕਰਨ ਵਾਲੇ ਹਨ ਅੰਨਦਾਤਾ, ਉਹ ਕਿੱਦਾਂ ਸੜਕਾਂ ਦੇ ਉੱਤੇ ਅੱਜ ਕਿੰਨੇ ਲੰਮੇ ਸਮੇਂ ਤੋਂ ਬੈਠੇ ਹੈ, ਕੀ ਤਕਲੀਫ ਹੈ ਜੇ ਅਸੀਂ ਉਹਨੂੰ ਸੁਣਨਾ। ਇੱਕ ਲਾਈਕ ਮਤਲਬ ਸਾਡੇ ਇੱਕ ਜਿਵੇਂ ਫਾਦਰ ਦਾ ਰੋਲ ਹੁੰਦਾ ਨਾ ਜ਼ਿੰਦਗੀ ਦੇ ਵਿੱਚ, ਉਹਨੇ ਆਪਣੇ ਬੱਚਿਆਂ ਦੀ ਗੱਲ ਸੁਣਨੀ ਹੁੰਦੀ ਹੈ। ਬਿਲਕੁਲ ਬਿਲਕੁਲ। ਐਸੇ ਤਰੀਕੇ ਨਾਲ ਜਿਵੇਂ ਪੇਰੈਂਟਸ ਦਾ ਰੋਲ ਹੁੰਦਾ ਬੱਚਿਆਂ ਦੀ ਸਮੱਸਿਆ ਨੂੰ ਸੁਣਨਾ। ਬੱਚੇ ਕੋਈ ਗੱਲ ਕਹਿ ਰਹੇ ਹੈ, ਪੇਰੈਂਟਸ ਨੇ ਸੁਣਨੀ। ਹੁਣ ਐਸੇ ਤਰੀਕੇ ਨਾਗਰਿਕ ਕੋਈ ਗੱਲ ਕਹਿ ਰਿਹਾ ਤੇ ਪ੍ਰਾਈਮ ਮਿਨਿਸਟਰ ਨੇ ਸੁਣਨੀ ਹੈ। ਤੇ ਉਹਨਾਂ ਨੂੰ ਕੀ ਮੁਸ਼ਕਲ ਆ ਗਈ ਭਾਈ, ਐਡੀਆਂ ਵੱਡੀਆਂ ਨੈਸ਼ਨਲ ਹਾਈਵੇ ਨਹੀਂ ਪਟਣੀਆਂ ਚਾਹੀਦੀਆਂ, ਸਾਡੇ ਹੈ, ਸਾਡਾ ਮਤਲਬ ਸਾਡਾ ਹੀ ਪ੍ਰਾਈਮ ਮਿਨਿਸਟਰ ਹੈ, ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ, ਉਹਨਾਂ ਨੂੰ ਚੁਣਿਆ ਹੈ, ਅਸੀਂ ਵੋਟਾਂ ਪਾਈਆਂ ਹੈ, ਸਾਨੂੰ ਤਕਲੀਫ ਹੈ, ਸਾਡੀ ਗੱਲ ਸੁਣ ਤਾਂ ਲਓ ਸੋਲੂਸ਼ਨ। ਹਾਂ, ਤੇ ਉਸ ਦੇ ਉੱਤੇ ਤੁਸੀਂ ਸਾਨੂੰ ਸਮਝਾ ਦਿਓ, ਜਿਵੇਂ ਪੇਰੈਂਟਸ ਬੱਚਿਆਂ ਨੂੰ ਸਮਝਾਉਂਦੇ ਹੁੰਦੇ ਤੁਸੀਂ ਸਮਝਾ ਦਿਓ। ਤੇ ਇਹ ਚੀਜ਼ਾਂ ਜਿਹੜੀਆਂ ਸਾਡੇ ਦੇਸ਼ ਦੇ ਵਿੱਚ ਜਿਹੜਾ ਹੁਣ ਸੁਣਨ ਤੋਂ ਵੀ ਮਤਲਬ ਇੰਨਾ ਵੱਡਾ, ਤੇ ਇਸ ਦੇ ਪਿੱਛੇ ਸਾਨੂੰ ਮਹਿਸੂਸ ਹੁੰਦਾ 6 ਮਹੀਨੇ ਤੋਂ ਜ਼ਿਆਦਾ ਦਾ ਟਾਈਮ ਹੋ ਗਿਆ, ਬਟ ਉਹਨਾਂ ਦਾ ਮਤਲਬ ਕੋਈ ਵੀ ਸੋਲੂਸ਼ਨ ਨਹੀਂ ਨਿਕਲਿਆ ਉਸ ਚੀਜ਼ ਦਾ। ਉਹ ਅੱਜ ਵੀ ਉੱਥੇ ਬੈਠੇ ਨੇ, ਤੁਹਾਨੂੰ ਪਤਾ ਕਿੰਨੀਆਂ ਚੀਜ਼ਾਂ ਪਿੱਛੇ ਰੁਲ ਚੁੱਕੀਆਂ ਨੇ। ਬਹੁਤ ਕਿੰਨਾ ਦੇਸ਼ ਨੂੰ ਸਾਡੇ ਓਵਰਆਲ ਦੇ ਨਾਗਰਿਕ ਦੀ ਭਲਾਈ ਨੂੰ ਮੁੱਖ ਰੱਖ ਕੇ ਜੇਕਰ ਆਪਾਂ ਵਿਚਾਰੀਏ ਇਸ ਗੱਲ ਨੂੰ, ਤਾਂ ਬਿਨਾਂ ਦੇਰੀ ਉਸ ਗੱਲ ਨੂੰ ਸੁਣ ਕੇ ਉਸ ਸਮੱਸਿਆ ਦਾ ਸੋਲੂਸ਼ਨ ਬਿਨਾਂ ਦੇਰੀ ਦੇਣਾ ਚਾਹੀਦਾ ਹੈ। ਇਹ ਮਤਲਬ ਇੱਕ ਸੰਵਿਧਾਨਿਕ ਡਿਊਟੀਆਂ ਬਣਦੀਆਂ ਹੈਗੀਆਂ ਹਨ। ਤੇ ਇਸ ਕਰਕੇ ਸਾਡੇ ਸਮਾਜ ਦੇ ਵਿੱਚ ਜਿਵੇਂ ਆਪਾਂ ਗੱਲ ਕਹਿੰਦੇ ਸੀ, ਇਹ ਦਰਦ ਇੰਨਾ ਵੱਧ ਚੁੱਕਿਆ, ਇਹਦੇ ਪਿੱਛੇ ਕਾਰਨ ਜਿਹੜਾ ਹੈਗਾ ਰਿਸੋਰਸਿਸ ਦੀ ਕਮੀ ਨਹੀਂ ਹੈ, ਪਾਪੂਲੇਸ਼ਨ ਦਾ ਪਾਵਰ ਹੁੰਦੀ ਹੈ। ਬਿਲਕੁਲ ਐਸੀ ਕਿਹੜੀ ਗੱਲ ਹੈ, ਇੰਨੀ ਪਾਪੂਲੇਸ਼ਨ ਸਾਡੇ ਇੱਥੇ ਜਿੰਨੀ ਮਰਜ਼ੀ ਸਾਡੇ ਜਿਹੜੇ ਸਮਾਲ ਸਕੇਲ ਇੰਡਸਟਰੀ ਲਾਓ, ਸਾਡੇ ਬੱਚੇ ਉਧਰੋਂ ਮਤਲਬ ਬਾਹਰ ਜਾ ਕੇ ਇੰਨੇ ਵੱਡੇ ਵੱਡੇ ਕੰਮ ਕਰਦੇ ਹੈ, ਤੇ ਉਧਰ ਤੇ ਇਹ ਅਸੀਂ ਇੰਪੋਰਟ ਕਰੀ ਜਾਂਦੇ, ਇੰਨਾ ਸਮਾਨ ਕਰਦੇ ਹੈਗੇ, ਤੇ ਅਸੀਂ ਇੱਥੇ ਉਹਦੀ ਮੈਨੂਫੈਕਚਰਿੰਗ ਕਰ ਸਕਦੇ। ਸਾਡੇ ਕੋਲ ਰਾ ਮਟੀਰੀਅਲ ਬੜਾ ਅਵੇਲੇਬਲ ਹੈਗਾ, ਸਾਡੇ ਕੋਲ ਮਤਲਬ ਅਸੀਂ ਵੋਕੇਸ਼ਨਲ ਸੈਂਟਰ ਸੈਟਅਪ ਕਰ ਸਕਦੇ ਜਗ੍ਹਾ ਜਗ੍ਹਾ ਤੇ, ਅਲੱਗ-ਅਲੱਗ ਜਿੱਥੇ ਵੀ ਜਿਹੋ ਜਿਹਾ ਰਾ ਮਟੀਰੀਅਲ ਹੋਵੇ ਟ੍ਰੇਨਿੰਗ ਦੇ ਕੇ ਉਹਨਾਂ ਨੂੰ। ਬਹੁਤ ਪੜ੍ਹੇ ਲਿਖੇ ਬੱਚੇ ਸਾਡੇ ਜਦੋਂ ਮੈਨੂੰ ਕਹਿੰਦੇ ਵੀਰ ਜੀ ਸਾਨੂੰ ਦੱਸੋ, ਸਾਨੂੰ ਬੈਗਰ ਨਾ ਮਤਲਬ ਬੈਗਰ ਬਣਾਇਆ ਜਾ ਰਿਹਾ ਵੀ ਆਹ ਦੇ ਦਿਓ ਇਹਨਾਂ ਨੂੰ ਫ੍ਰੀ, ਆਹ ਦੇ ਦਿਓ ਇਹਨਾਂ ਨੂੰ ਫ੍ਰੀ, ਵੀ ਸਾਨੂੰ ਸਾਡੇ ਕੋਲ ਸਮਰੱਥਾ ਹੈਗੀ ਹੈ, ਸਾਨੂੰ ਅਪਰਚੁਨਿਟੀ ਦਿਓ, ਸਾਨੂੰ ਰੁਜ਼ਗਾਰ ਦਿਓ, ਸਾਨੂੰ ਭਿਖਾਰੀ ਨਾ ਬਣਾਓ ਸਾਨੂੰ, ਹੈ ਨਾ। ਤੇ ਇਸ ਕਰਕੇ ਮੈਂ ਤੁਹਾਡੇ ਥਰੂ ਵੀ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਵੀ ਜਿਸ ਤਰ੍ਹਾਂ ਹੈਲਥ ਦੇ ਉੱਤੇ, ਐਜੂਕੇਸ਼ਨ ਦੇ ਉੱਤੇ, ਰੁਜ਼ਗਾਰ ਦੇ ਉੱਤੇ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਦੀ ਲੋੜ ਹੈ। ਅਦਰਵਾਈਜ਼ ਦਾ ਸਟ੍ਰੈਸ ਰੇਟ ਹੈ ਅੱਜ ਯੂਥ ਦੇ ਵਿੱਚ ਵੀ ਬਹੁਤ ਜ਼ਿਆਦਾ ਵੱਧ ਰਿਹਾ ਹੈ, ਡਿਪਰੈਸ਼ਨ ਚਲਾ ਜਾਂਦਾ ਹੈ। ਜਿਵੇਂ ਪਹਿਲਾਂ ਮੈਂ ਗੱਲ ਕਰਕੇ ਹਟਿਆ ਵੀ ਸਟ੍ਰੈਸ ਕਰਕੇ ਲੋਕ ਮਾਨਸਿਕ ਰੋਗਾਂ ਤੋਂ ਪੀੜਤ ਹੋ ਜਾਂਦੇ ਹੈ, ਜਿਵੇਂ ਕਹ ਲਓ ਡਿਪਰੈਸ਼ਨ 'ਚ ਜਾਂ ਹੋਰ ਮੈਂਟਲ ਇਲਨੈਸ, ਇੰਟੈਲੈਕਚੁਅਲ ਡਿਸੇਬਿਲਿਟੀ, ਬਹੁਤ ਸਾਰੀਆਂ ਚੀਜ਼ਾਂ ਹੈ। ਜਦੋਂ ਬੰਦਾ ਇੰਨਾ ਜ਼ਿਆਦਾ ਸਟ੍ਰੈਸ ਵਿੱਚ ਹੋਏਗਾ, ਮਾਂ ਦੇ ਪੇਟ ਦੇ ਵਿੱਚ ਜਦੋਂ ਬੱਚਾ ਪਲ ਰਿਹਾ ਹੁੰਦਾ ਨਾ, ਜਿਵੇਂ ਕਹ ਲਓ ਇਨਵਾਇਰਨਮੈਂਟ ਜਿਹੜਾ ਹੁੰਦਾ ਨਾ, ਉਹ ਮਾਂ ਦੇ ਪੇਟ ਤੋਂ ਲੈ ਕੇ ਅਖੀਰਲੇ ਦਮ ਤੱਕ ਇਨਸਾਨ ਨੂੰ ਪ੍ਰਭਾਵਿਤ ਕਰਦਾ। ਉਹ ਸਾਨੂੰ ਮਤਲਬ ਮਾਂ ਦੇ ਪੇਟ ਦੇ ਵਿੱਚ ਵੀ ਬੱਚਾ ਜਿਹੜਾ ਉਹਦੀਆਂ ਲਾਈਕ ਜੋ ਥਾਟਸ ਹੈਗੀਆਂ, ਕਿੰਨਾ ਸਟ੍ਰੈਸ, ਹਾਂ ਉਹਦਾ ਇਫੈਕਟ ਹੁੰਦਾ ਹੈਗਾ। ਪਰ ਉਹ ਦਰਦ ਜਿਹੜਾ ਉਹਦਾ ਨਾ, ਦਰਦ ਦੇ ਵਿੱਚ ਹੀ ਪੈਦਾ ਹੋਇਆ, ਦਰਦ ਦੇ ਵਿੱਚ ਹੀ ਜੀਆ, ਤੇ ਦਰਦ ਦੇ ਵਿੱਚ ਹੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਤੇ ਇਹ ਬਹੁਤ ਵੱਡਾ ਇੱਕ ਕੁਐਸਚਨ ਮਾਰਕ ਹੈ ਸਾਡੇ ਇਨਸਾਨ ਹੋਣ ਤੇ, ਸਾਡੇ ਧਾਰਮਿਕ ਹੋਣ ਤੇ, ਵੱਡੀ ਤੌਰ ਤੇ ਸਾਡੇ ਲੋਕਤੰਤਰ ਦੇਸ਼ ਦੇ ਉੱਤੇ ਬਹੁਤ ਵੱਡਾ ਇੱਕ ਲੋਕਤੰਤਰ ਦੇ ਉੱਤੇ ਕੁਐਸਚਨ ਮਾਰਕ ਹੈ ਵੀ ਲੋਕ ਇੰਨੇ ਮਿਹਨਤਕਸ਼ ਲੋਕ ਇੰਨੀ ਮਿਹਨਤ ਕਰਨ ਦੀ ਕੋਸ਼ਿਸ਼ ਕਰ ਰਹੇ ਹੈ, ਮਿਹਨਤ ਕਰਨ ਲਈ ਤਿਆਰ ਹੈ, ਔਰ ਇੱਕ ਮਿਹਨਤਕਸ਼ ਲੋਕ ਜਿਹੜੇ ਹੈਗੇ ਆ ਜੋ ਸੁਸਾਈਡ ਦੇ ਮਾਰਗ ਤੇ ਪੈ ਰਹੇ ਹੈ। ਤੇ ਬਹੁਤ ਵੱਡਾ ਸਾਡੇ ਸਾਰਿਆਂ ਦੇ ਉੱਤੇ ਕੁਐਸਚਨ ਮਾਰਕ ਹੈ, ਲੋਕਤੰਤਰ ਦੇ ਉੱਤੇ ਕੁਐਸਚਨ ਮਾਰਕ ਹੈ। ਇਸ ਕਰਕੇ ਪ੍ਰਭ ਆਸਰਾ ਜਿਹੜਾ ਹੈਗਾ, ਇਸ ਚੀਜ਼ ਦੀ ਜਿਹੜੀ ਲੋੜ ਹੈ ਤੇ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਸਰਕਾਰ ਦੀ ਬਣਦੀ। ਸਰਕਾਰ ਜਿਹੜੀ ਹੈਗੀ ਹੈ ਉਸ ਤੋਂ ਬਿਨਾਂ ਕੋਈ ਕੁਝ ਨਹੀਂ ਕਰ ਸਕਦਾ। ਅਸੀਂ ਕਿਸੇ ਨੂੰ ਕੋਠੀ ਦੇ ਵਿੱਚੋਂ ਨਹੀਂ ਕੱਢ ਸਕਦੇ, ਅਸੀਂ ਕਿਸੇ ਨੂੰ ਸੜਕ ਤੋਂ ਨਹੀਂ ਚੱਕ ਸਕਦੇ, ਸਾਡਾ ਸੰਵਿਧਾਨ ਨਹੀਂ ਅਲਾਉ ਕਰਦਾ। ਇਸ ਕਰਕੇ ਸਰਕਾਰ ਨੂੰ ਮੈਂ ਤੁਹਾਡੇ ਥਰੂ ਫਿਰ ਬੇਨਤੀ ਕਰਨੀ ਚਾਹੁੰਦਾ ਵੀ ਇੱਕ ਐਸੀ ਸਟ੍ਰੈਟਜੀ ਬਣਾਈ ਜਾਵੇ। ਆਪਾਂ ਨੇ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ ਬਣਾ ਲਿਆ, ਪਰ ਅੱਜ ਸੀਨੀਅਰ ਸਿਟੀਜ਼ਨ ਨੂੰ ਜਦੋਂ ਪ੍ਰੋਬਲਮ ਆਉਂਦੀ ਹੈ ਤੇ ਉਸ ਵੇਲੇ ਇਮੀਡੀਏਟਲੀ ਉਹਨੂੰ ਸੋਲਿਊਸ਼ਨ ਚਾਹੀਦਾ ਹੁੰਦਾ। ਉਹਦੇ ਕੋਲ ਰਹਿਣ ਨੂੰ ਛੱਤ ਨਹੀਂ ਹੈਗੀ, ਜੋ ਸੜਕ 'ਤੇ ਰੁਲ ਰਿਹਾ ਹੈਗਾ, ਤੇ ਉਸ ਨੇ ਰਾਤ ਨੂੰ ਕਿੱਥੇ ਰਹਿਣਾ। ਤੁਰੰਤ ਮਤਲਬ ਇਸ ਦੇ ਲਈ ਇੱਕ ਲੋੜੀਂਦਾ ਐਸਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਜੋ ਪ੍ਰੋਬਲਮ ਆਉਂਦੀ ਹੈ ਤੇ ਉਹ ਐਕਟ ਦੇ ਮੁਤਾਬਕ ਉਹਨੂੰ ਤੁਰੰਤ ਉਹਨੂੰ ਰਿਲੀਫ ਮਿਲਣੀ ਚਾਹੀਦੀ ਹੈਗੀ। ਸਾਡੇ ਇੱਥੇ ਮੈਂਟਲ ਹੈਲਥ ਐਕਟ ਬਣ ਗਿਆ, ਡਿਪਰੈਸ਼ਨ 'ਚ ਲੋਕ ਚਲੇ ਗਏ, ਉਹਦੇ ਲਈ ਅਸੀਂ ਹੈਲਪਲਾਈਨ ਵੀ ਬਣਾ ਲਈ ਹੈ 112, ਸ਼ਾਇਦ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ। ਸਾਡੇ ਸਮਾਜ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ 112 ਨੰਬਰ ਹੈਲਪਲਾਈਨ ਚੱਲਦੀ ਹੈ, ਜਿਸ ਦੇ ਉੱਤੇ ਅਸੀਂ ਕੋਈ ਵੀ ਆਪਣੀ ਸਮੱਸਿਆ ਮੈਕਸੀਮਮ ਜਿੰਨੀਆਂ ਵੀ ਕਹਿ ਲਓ ਵੀ ਵੂਮੈਨਸ ਦੀਆਂ ਹੈਗੀਆਂ ਜਾਂ ਕੋਈ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ, ਉਹ 112 ਤੇ ਅਸੀਂ ਆਪਣੇ ਦੇਸ਼ ਦੇ ਵਿੱਚ ਦੱਸ ਸਕਦੇ ਹਾਂ। ਮੈਂ ਰਿਕੁਐਸਟ ਕਰਦਾ ਹਾਂ ਫਿਰ ਸਰਕਾਰ ਨੂੰ, ਮਤਲਬ ਇਸ ਚੈਨਲ ਦੇ ਥਰੂ ਰਿਕੁਐਸਟ ਕਰਦਾ ਹੈ ਕਿ 112 ਜਿਹੜੀ ਹੈਲਪਲਾਈਨ ਹੈ ਉਹ ਐਮਰਜੈਂਸੀ ਜਦੋਂ ਨਾਗਰਿਕ ਕਿਸੇ ਵੀ ਮੁਸੀਬਤ ਦੇ ਵਿੱਚ ਹੁੰਦਾ, ਉਹ ਹੈਲਪਲਾਈਨ ਉਹਦੀ ਹੈਲਪ ਕਰੇ। ਇਸ ਗੱਲ ਨੂੰ ਸਰਕਾਰ ਯਕੀਨੀ ਬਣਾਏ ਲੋੜੀਂਦਾ। ਉਹਦੇ ਲਈ ਭਾਵੇਂ ਇੱਕ ਡੈਜ਼ਿਗਨੇਟਿਡ ਟੀਮ ਬਣਾਵੇ, ਜ਼ਿਲ੍ਹਾ ਪੱਧਰ 'ਤੇ ਕੋਈ ਐਸੀ ਟੀਮ ਬਣਾਵੇ
ਬਿਨਾਂ ਸ਼ਰਤ ਫਿਰ ਜਦੋਂ ਉਹ ਲੋੜ ਹੈਗੀ ਹੈ ਤੇ ਐਂਬੂਲੈਂਸ ਤੇ ਉਸ ਨੂੰ ਚੱਕ ਕੇ ਬਿਨਾਂ ਸ਼ਰਤ ਚੱਕਣਾ ਚਾਹੀਦਾ ਹੈ। ਸਾਡਾ ਸੰਵਿਧਾਨ ਨਹੀਂ ਇਜਾਜ਼ਤ ਦਿੰਦਾ ਕਿ ਕੋਈ ਸ਼ਰਤ ਲਈ ਜਾ ਸਕਦੀ ਹੈ। ਈਵਨ ਕਿ ਪ੍ਰਾਈਵੇਟ ਹਸਪੀਟਲ ਜਿਹੜੇ, ਇੱਕ ਤਾਂ ਸਟੇਟ ਦੀ ਐਂਬੂਲੈਂਸ ਹੋ ਗਈ, ਹਸਪੀਟਲ ਦੀ ਐਂਬੂਲੈਂਸ ਹੋ ਗਈ, ਪ੍ਰਾਈਵੇਟ ਹਸਪੀਟਲ ਦੀ ਵੀ ਐਂਬੂਲੈਂਸ ਡਿਨਾਈ ਨਹੀਂ ਕਰ ਸਕਦੀ ਐਜ਼ ਪਰ ਲਾਅ। ਠੀਕ ਹੈ, ਅਸੀਂ ਸੰਵਿਧਾਨ ਨੂੰ ਕਿਸੇ ਕੀਮਤ ਤੇ ਵੀ ਸੰਵਿਧਾਨ ਜਿਹੜਾ ਅਸੀਂ ਛਿੱਕੇ ਟੰਗ ਕੇ ਫੈਸਲੇ ਲਵਾਂਗੇ ਤੇ ਅਸੀਂ ਫਿਰ ਦੋਸ਼ੀਆਂ ਸੰਵਿਧਾਨ ਦੀਆਂ ਨਜ਼ਰਾਂ ਦੇ ਵਿੱਚ, ਤੇ ਫਿਰ ਉਸ ਦੀ ਸਾਨੂੰ ਜਿਹੜਾ ਵੀ ਬੰਦਾ ਉਸ ਦੀ ਉਲੰਘਣਾ ਕਰਦਾ ਸੰਵਿਧਾਨ ਦੀ ਤੇ ਉਸ ਨੂੰ ਲੋੜੀਂਦਾ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ, ਤਾਂ ਜੋ ਜਿਹੜਾ ਦੇਸ਼ ਦਾ ਨਾਗਰਿਕ ਹੈ, ਜਿਸ ਪਰਪਸ ਦੇ ਲਈ ਉਹ ਡਿਪਾਰਟਮੈਂਟ ਬਣਾਇਆ, ਜਿਸ ਪਰਪਸ ਦੇ ਲਈ ਉੱਥੇ ਅਧਿਕਾਰੀ ਲਾਏ ਗਏ ਹੈ, ਜਿਸ ਦੇ ਲਈ ਉਹ ਹੈਲਪਲਾਈਨ ਬਣਾਈ ਗਈ ਹੈ, ਤਾਂ ਜੋ ਨਾਗਰਿਕ ਨੂੰ ਐਮਰਜੈਂਸੀ ਹਾਲਾਤਾਂ 'ਚ ਤੁਰੰਤ ਹੈਲਪਲਾਈਨ ਹੈਲਪ ਕਰ ਸਕੇ। ਇਸ ਨੂੰ ਯਕੀਨੀ ਬਣਾਉਣਾ ਤੁਹਾਡੇ ਥਰੂ ਮੈਂ ਫਿਰ ਸਰਕਾਰ ਨੂੰ ਬੇਨਤੀ ਕਰਦਾ ਕਿ ਇਸ ਨੂੰ ਯਕੀਨੀ ਬਣਾਇਆ ਜਾਵੇ ਕਿ 112 ਜਿਹੜੀ ਹੈਲਪਲਾਈਨ ਹੈ ਇਹ ਹੈਲਪ ਲਈ ਬਣਾਈ ਹੈ ਤੇ ਹੈਲਪ ਯਕੀਨੀ ਬਣਾਈ ਜਾਵੇ ਕਿ ਉਹਨੂੰ ਐਕਸ਼ਨ ਲਿਆ ਜਾਵੇ। ਤੇ ਇਸ ਦੇ ਲਈ ਜਿੱਥੇ ਵੀ ਮੁਸ਼ਕਲ ਆਉਂਦੀ ਹੈ ਪੁਲਿਸ ਚੱਕਦੀ ਹੈ, ਬਿਨਾਂ ਸ਼ਰਤ ਚੱਕੇ, ਬਿਨਾਂ ਸ਼ਰਤ ਐਂਬੂਲੈਂਸ ਚੱਕੇ, ਬਿਨਾਂ ਸ਼ਰਤ ਹਸਪੀਟਲ ਨੂੰ ਰਿਸੀਵ ਕਰੇ, ਬਿਨਾਂ ਸ਼ਰਤ ਉਹਦੀ ਡਾਇਗਨੋਸ ਹੋਣੀ ਚਾਹੀਦੀ ਹੈ। ਸਾਡੇ ਦੇਸ਼ ਦਾ ਹਸਪੀਟਲ ਹੈ, ਸਾਡੇ ਦੇਸ਼ ਦਾ ਨਾਗਰਿਕ ਹੈ, ਉਹਨੂੰ ਲਵਾਰਸ ਤੇ ਅੰਨ੍ਹੋਨ ਨੂੰ ਕਹਿਣਾ ਸਾਡੇ ਲੋਕਤੰਤਰ ਦੇ ਉੱਤੇ ਬਹੁਤ ਵੱਡਾ ਕਲੰਕ ਹੈ, ਬੜਾ ਕੁਐਸਚਨ ਮਾਰਕ ਹੈ। ਤੇ ਇਸ ਕਰਕੇ ਮਤਲਬ ਉਹਦੀ ਬਿਨਾਂ ਸ਼ਰਤ ਡਾਇਗਨੋਸ ਹੋਣੀ ਚਾਹੀਦੀ ਹੈ, ਉਹਨੂੰ ਟ੍ਰੀਟਮੈਂਟ ਤੇ ਪਾਉਣਾ ਚਾਹੀਦਾ ਹੈ। ਤੇ ਉਸ ਤੋਂ ਬਾਅਦ ਜੇ ਤਾਂ ਉਹ ਬਿਲਕੁਲ ਇੰਪਰੂਵ ਹੋ ਗਏ ਹੈ ਤੇ ਉਹਨਾਂ ਦੇ ਵਾਰਸ ਮਿਲ ਗਏ ਹੈ ਤੇ ਉਹਨਾਂ ਨੂੰ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰ ਦੇਣਾ ਚਾਹੀਦਾ। ਤੇ ਜੇਕਰ ਅਜੇ ਉਹਨੂੰ ਲੋੜ ਹੈਗੀ ਪਰ ਹਸਪੀਟਲਾਈਜੇਸ਼ਨ ਦੀ ਲੋੜ ਨਹੀਂ ਹੈ, ਪਰ ਉਹਨੂੰ ਰੀਹੈਬਿਲਿਟੇਸ਼ਨ ਸੈਂਟਰ ਦੀ ਲੋੜ ਹੈ, ਤਾਂ ਰੀਹੈਬਿਲਿਟੇਸ਼ਨ ਸੈਂਟਰ ਦੇ ਵਿੱਚ ਤੁਰੰਤ ਜਿਹੜਾ ਸੰਬੰਧਿਤ ਡਿਪਾਰਟਮੈਂਟ ਹੈਗਾ ਇਹਦੇ ਉੱਤੇ ਡੇ ਨਾਈਟ ਇੱਕ ਜਿਹੜਾ ਵਰਕ ਕਰਨ ਵਾਲੀ ਇੱਕ ਟੀਮ ਹੋਣੀ ਚਾਹੀਦੀ ਹੈ ਵੀ ਜਿਸ ਤਰੀਕੇ ਨਾਲ ਵੀ ਪ੍ਰੋਬਲਮ ਹੈ। ਸ਼ਾਇਦ ਤੁਸੀਂ ਜਾਣਦੇ ਹੋਵੋਗੇ ਬਹੁਤ ਸਾਰੀਆਂ ਸਾਡੇ ਮਤਲਬ ਵਨ ਸਟਾਪ ਸੈਂਟਰ ਬਣੇ ਜਿਹਦੇ ਵਿੱਚ ਤੁਰੰਤ ਉਹਨਾਂ ਨੇ ਹੈਲਪ ਕਰਨੀ ਹੁੰਦੀ ਹੈ। ਪਰ ਉਹ ਵਨ ਸਟਾਪ ਸੈਂਟਰ ਮੈਨੂੰ ਨਹੀਂ ਪਤਾ ਜਿਹੜੇ ਸਾਡੇ ਸਤਿਕਾਰਯੋਗ ਸਰੋਤੇ ਸੁਣ ਰਹੇ ਉਹਨਾਂ ਨੂੰ ਕਿੰਨਾ ਕੁ ਪਤਾ ਹੋਏਗਾ ਵੀ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਉਹਨਾਂ ਦੀ ਹੈਲਪ ਲੈਣੀ ਹੈ। ਉਹਨੇ ਬਿਨਾਂ ਸ਼ਰਤ ਸਾਡਾ ਸ਼ੈਲਟਰ ਦੇਖਣਾ ਹੈ, ਉਹਨੇ ਟ੍ਰੀਟਮੈਂਟ ਦੇਖਣਾ ਹੈ, ਜਦੋਂ ਜਸਟਿਸ ਦੀ ਲੋੜ ਹੈ ਉਹਨੇ ਜਸਟਿਸ ਦੇ ਲਈ, ਕਿਉਂਕਿ ਲੀਗਲ ਸਰਵਿਸ ਅਥਾਰਟੀ ਹਰ ਜ਼ਿਲ੍ਹੇ 'ਚ ਬਣੀ ਹੋਈ ਹੈ। ਤੇ ਮਸਲਾ ਜਿਵੇਂ ਤੁਸੀਂ ਅਵੇਅਰ ਕਰ ਰਹੇ ਹੋ, ਤੁਸੀਂ ਧਰਮ ਨਿਭਾ ਰਹੇ ਹੋ ਆਪਣਾ, ਵੀ ਸਮਾਜ ਦੇ ਦਰਦਾਂ ਨੂੰ ਜੋ ਦੱਸ ਰਹੇ ਹੋ, ਸਮਾਜ ਦੇ ਹਾਲਾਤਾਂ ਨੂੰ ਤੁਸੀਂ ਦੱਸ ਕੇ ਸਲੂਟ ਹੈ ਤੁਹਾਨੂੰ ਕਿ ਤੁਸੀਂ ਆਪਣਾ ਧਰਮ ਨਿਭਾ ਰਹੇ ਹੋ। ਤੇ ਹੁਣ ਇਹ ਸਰਕਾਰ ਦਾ ਧਰਮ ਹੈ ਕਿ ਆਪਣੇ ਨਾਗਰਿਕ ਨੂੰ ਬਚਾਉਣਾ, ਐਮਰਜੈਂਸੀ ਹਾਲਾਤਾਂ 'ਚ ਬਚਾਉਣਾ ਕਿੱਦਾਂ ਹੈ, ਇਹ ਸਰਕਾਰ ਦਾ ਧਰਮ ਹੈ। ਉਹਦੇ ਲਈ ਸਾਡੇ ਵਰਗੇ ਹੋਰ ਵੀ ਬਹੁਤ ਹੈ, ਧਾਰਮਿਕ ਸ਼ਖਸੀਅਤਾਂ ਵੀ ਬਹੁਤ ਹੈ, ਸੋਸ਼ਲ ਵਰਕਰ ਵੀ ਬਹੁਤ ਹੈ, ਸਮਾਜ ਸੇਵੀ ਸੰਸਥਾਵਾਂ ਵੀ ਬਹੁਤ ਹੈ। ਮੈਂ ਆਪਣੇ ਵੱਲੋਂ ਵੀ ਫਿਰ ਬੇਨਤੀ ਕਰਦਾ ਹਾਂ ਕਿ ਸਾਡੇ ਵਰਗੀਆਂ ਸੰਸਥਾਵਾਂ ਨੂੰ ਯੂਜ਼ ਕਰੋ, ਸਾਡੀਆਂ ਐਂਬੂਲੈਂਸਾਂ ਯੂਜ਼ ਕਰੋ ਤੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਐਸੀ ਕਮੇਟੀ ਬਣਾਓ ਜਿਹੜੀ ਕਿ ਐਮਰਜੈਂਸੀ ਹਾਲਾਤਾਂ ਦੇ ਵਿੱਚ ਨਾਗਰਿਕ ਦੀ ਤੁਰੰਤ ਹੈਲਪ ਕਰ ਸਕੇ, ਤਾਂ ਜੋ ਨਾਗਰਿਕ ਨੂੰ ਤੁਰੰਤ ਠੀਕ ਹੋਣ ਦਾ ਮੌਕਾ ਮਿਲ ਸਕੇ। ਸਾਡੇ ਕੋਲ ਤੇ 10 ਸਾਲ ਦੀ ਬੱਚੀ ਵੀ ਪੀੜਤ ਆਉਂਦੀ ਹੈ, ਮਤਲਬ ਬੱਚੇ ਨੂੰ ਆ ਕੇ ਜਨਮ ਦਿੰਦੀ ਹੈ ਤੇ ਮਤਲਬ ਉਹ ਦਰਦ ਦੇਖੇ ਨਹੀਂ ਜਾਂਦੇ। 13 ਸਾਲ ਦੀ ਬੱਚੀ ਬੱਚੇ ਨੂੰ ਜਨਮ ਦਿੰਦੀ ਹੈ, ਉਹ ਦਰਦ ਉਹਨਾਂ ਦਾ ਦੇਖਿਆ ਨਹੀਂ ਜਾਂਦਾ। ਉਸੇ ਨਾਲ ਹੀ ਫਿਰ ਇੱਕ 80 ਸਾਲ ਦੀ ਔਰਤ, 70 ਸਾਲ ਦੀ ਵੀ 80 ਸਾਲ ਦੀ ਔਰਤ ਆਉਂਦੀ ਹੈ, ਉਹ ਵੀ ਰੇਪ ਤੋਂ ਪੀੜਤ ਆਉਂਦੀ ਹੈ। ਇੰਨੇ ਸਾਲ ਮਤਲਬ 22 ਸਾਲ ਦਾ ਰਿਕਾਰਡ ਕਿ 22 ਸਾਲ ਇੱਕ ਔਰਤ ਨਹੀਂ, ਬਹੁਤ ਸਾਰੀਆਂ ਔਰਤਾਂ 22 ਸਾਲ ਔਰਤ ਦਾ ਸੜਕਾਂ ਦੇ ਉੱਤੇ ਰੁਲਣਾ, ਕੀ ਸਾਡੇ ਕੋਈ ਇਨਸਾਨ ਹੋਣ ਦੇ ਉੱਤੇ ਕੁਐਸਚਨ ਮਾਰਕ ਨਹੀਂ ਲਾਉਂਦਾ? ਕੀ ਸਾਡੇ ਧਾਰਮਿਕ ਹੋਣ ਤੇ ਕੁਐਸਚਨ ਮਾਰਕ ਨਹੀਂ ਲਾਉਂਦਾ? ਤੇ ਕੀ ਸਾਡੇ ਲੋਕਤੰਤਰ ਦੇ ਉੱਤੇ ਕੁਐਸਚਨ ਮਾਰਕ ਨਹੀਂ ਲਾਉਂਦਾ? ਕਿ ਸਾਡੇ ਦੇਸ਼ ਦੇ ਵਿੱਚ ਇੰਨਾ ਇਨਸਾਨੀਅਤ ਦਾ ਕਾਲ ਪੈ ਚੁੱਕਿਆ ਹੈ, ਇੰਨੀ ਜ਼ਿਆਦਾ ਕੁਰਲਾਹਟ ਮਚੀ ਹੋਈ ਹੈ ਕਿ ਨਹੀਂ ਸੁਣ ਰਹੀ ਕਿਸੇ ਨੂੰ ਵੀ। ਗੱਲ ਫਿਰ ਉੱਥੇ ਆ ਜਾਂਦੀ ਕਿ ਸਿਸਟਮ ਕੀ ਕਰ ਰਿਹਾ ਹੈ। ਬਿਲਕੁਲ, ਮੈਂ ਉਹੀ ਬੇਨਤੀ ਕਰਦਾ ਤੁਹਾਡੇ ਥਰੂ ਵੀ ਹਰ ਜ਼ਿਲ੍ਹੇ ਦੇ ਵਿੱਚ ਐਸੀ ਟੀਮ ਬਣਾਈ ਜਾਵੇ ਜਿਹਦੇ ਵਿੱਚ ਸੀਨੀਅਰ ਅਥਾਰਟੀ, ਮੈਡੀਕਲ ਡਿਪਾਰਟਮੈਂਟ ਦੀ, ਪੁਲਿਸ ਡਿਪਾਰਟਮੈਂਟ ਦੀ, ਕੰਸਰਨਡ ਜਿਹੜੇ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਹੈ, ਜਿਹੜੇ ਮੈਜਿਸਟ੍ਰੇਟ ਕੰਸਰਨਡ ਹੈ, ਜਿਨ੍ਹਾਂ ਦੇ ਆਰਡਰ ਦੇ ਨਾਲ ਰੀਹੈਬਿਲਿਟੇਸ਼ਨ ਸੈਂਟਰ 'ਚ ਨਾਗਰਿਕ ਨੇ ਜਾਣਾ, ਹਸਪੀਟਲ 'ਚ ਉਹਦਾ ਐਡਮਿਸ਼ਨ ਹੋਣੀ ਹੈ, ਜੋ ਕੁਝ ਵੀ ਹੋਣਾ ਜਿਹਦੇ ਆਰਡਰ ਦੇ ਨਾਲ 24 ਘੰਟੇ ਉਹਨੂੰ ਵਰਕ ਕਰਨਾ ਯਕੀਨੀ ਬਣਾਇਆ ਜਾਵੇ, ਤਾਂ ਜੋ ਨਾਗਰਿਕ ਜਿਹੜਾ ਹੈਗਾ, ਐਮਰਜੈਂਸੀ ਦਾ ਕੋਈ ਵੀ ਟਾਈਮ ਨਹੀਂ ਹੁੰਦਾ। ਐਮਰਜੈਂਸੀ ਟੀਮ ਸਾਡੇ ਦੇਸ਼ ਦੇ ਵਿੱਚ ਜ਼ਿਲ੍ਹਾ ਪੱਧਰ ਤੇ 24 ਘੰਟੇ ਵਰਕ ਕਰਨ ਵਾਲੀ ਹੋਣੀ ਚਾਹੀਦੀ ਹੈ। ਇਹ ਸਾਡੇ ਸੰਵਿਧਾਨਿਕ ਨਾਗਰਿਕ ਦੇ ਹੱਕ ਹੈ ਔਰ ਸੰਵਿਧਾਨਿਕ ਡਿਊਟੀਆਂ ਬਣਦੀਆਂ ਹੈ। ਜਿਹਦੀ ਤੁਸੀਂ ਪੁੱਛ ਰਹੇ ਹੋ ਕਿ ਰਿਸਪੌਂਸਿਬਿਲਟੀ ਕਿਹਦੀ ਹੈ, ਜਿਹਨੂੰ ਅਸੀਂ ਚੁਣ ਕੇ ਭੇਜਿਆ ਹੈ, ਤੁਹਾਡੇ ਥਰੂ ਅਸੀਂ ਉਹਨਾਂ ਨੂੰ ਪੁਕਾਰ ਕਰਦੇ ਹਾਂ। ਬਣ ਚੁੱਕੀ ਦੇਸ਼ ਦੇ ਨਾਗਰਿਕ ਦੀ ਹਾਲਤ ਦਾ ਇਜ਼ਹਾਰ ਕਰਦੇ ਹਾਂ ਵੀ ਕਿਹਨੂੰ ਦੁਖੜੇ ਸੁਣਾਉਣ, ਇਹ ਕਿਸੇ ਨੂੰ ਦੁਖੜੇ ਸੁਣਾਉਣ। ਇਸ ਲਈ ਅਸੀਂ ਇਹਨਾਂ ਵੱਲੋਂ ਤੁਹਾਨੂੰ ਪੁਕਾਰ ਕਰਦੇ ਹਾਂ ਕਿ ਇਹਨਾਂ ਦੇ ਹਾਲਾਤਾਂ ਦੇ ਉੱਤੇ ਵਿਸ਼ੇਸ਼ ਗੰਭੀਰਤਾ ਨਾਲ ਵਿਚਾਰ ਕੇ ਤੇ ਤੁਰੰਤ ਇਹਨਾਂ ਦੇ ਸੋਲੂਸ਼ਨ ਦਿੱਤੇ ਜਾਣ। ਤੁਸੀਂ ਬੜਾ ਵਧੀਆ ਅੱਜ ਜਿਹੜਾ ਇਹ ਟੌਪਿਕ ਲਿਆ ਹੈ। ਸ਼ਮਸ਼ੇਰ ਸਿੰਘ ਜੀ, ਮੇਰਾ ਤੁਹਾਡੇ ਤੋਂ ਇਹ ਸਵਾਲ ਹੈ ਕਿ ਜਿਹੜੇ ਸਾਡੇ ਦੇਸ਼ ਦੇ ਨੇਤਾ ਨੇ ਜਾਂ ਕੋਈ ਵੀ ਅੱਗੇ ਪ੍ਰਧਾਨ ਮੰਤਰੀ ਜਾਂ ਕੋਈ ਵੀ ਅੱਗੇ ਗੱਲ ਲੈ ਲਓ,
ਉਹਨਾਂ ਦੇ ਤੁਹਾਨੂੰ ਪਤਾ ਸਿੱਖਿਆ ਮੰਤਰੀ ਜਿਵੇਂ ਲੈ ਲਓ ਕਿ ਐਜੂਕੇਸ਼ਨ 8 ਪਾਸ 9 ਪਾਸ, ਤੇ ਸਾਡੇ ਦੇਸ਼ ਵਿੱਚ ਸਿੱਖਿਆ ਦਾ ਕੋਈ ਮਹੱਤਵ ਨਹੀਂ ਹੈ। ਜੇ ਅੱਗੇ ਗੱਲ ਕਰੀਏ ਤਾਂ ਕੁਰੀਤੀਆਂ ਉਸ ਨਾਲ ਹੀ ਜਨਮ ਲੈਂਦੀਆਂ ਨੇ, ਤੇ ਅੱਗੇ ਫਿਰ ਜੇ ਆਪਾਂ ਜੌਬ ਲਈ ਜਾਂਦੇ ਹਾਂ ਕਿਉਂ ਸਾਨੂੰ PhD ਅੱਗੇ ਹੋਰ ਸਟੱਡੀ ਲਈ ਕਹਿੰਦੇ ਨੇ। ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ? ਨਹੀਂ, ਬਿਲਕੁਲ ਬਹੁਤ ਤੁਹਾਡੀ ਇੰਪੋਰਟੈਂਟ ਤੁਹਾਡੇ ਵਿਸ਼ਾ ਹੈਗਾ ਜਿਹਦੇ ਉੱਤੇ ਤੁਸੀਂ ਇੱਕ ਉਸ ਜੜ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹੈ ਕਿ ਇਹ ਬਿਮਾਰੀ ਦੀ ਜੜ ਕੀ ਹੈ, ਜੋ ਸਾਡੇ ਅੱਜ ਦੇ ਹਾਲਾਤ ਬਣ ਚੁੱਕੇ ਹੈ ਨਾ, ਸਾਡੇ ਦੇਸ਼ ਦੀ ਤਸਵੀਰ ਜੈਸੀ ਬਣ ਚੁੱਕੀ ਹੈ। ਕਿਉਂਕਿ ਬੜਾ ਕਲੀਅਰ ਹੈ ਕਿ ਤਖਤ ਦੇ ਉੱਤੇ ਤਖਤ ਦੇ ਲਾਇਕ ਬੈਠੇਗਾ ਤੇ ਫਿਰ ਪ੍ਰਜਾ ਨੂੰ ਇਨਸਾਫ ਮਿਲੇਗਾ ਤੇ ਪ੍ਰਜਾ ਦੇ ਹਾਲਾਤ ਸੁਧਰਨਗੇ, ਉਹਨਾਂ ਦੇ ਦੁੱਖ ਘਟਣਗੇ, ਸਮੱਸਿਆਵਾਂ ਦੇ ਹੱਲ ਨਿਕਲਣਗੇ, ਹੈ ਨਾ। ਉਸ ਤਖਤ ਦੇ ਲਾਇਕ, ਉਸ ਕੁਰਸੀ ਦੇ ਲਾਇਕ ਬੰਦਾ ਕੁਰਸੀ ਤੇ ਬੈਠਣਾ ਚਾਹੀਦਾ। ਕਦੀ ਵੀ ਡਾਕਟਰ ਦੀ ਕੁਰਸੀ ਦੇ ਉੱਤੇ ਇੰਜੀਨੀਅਰ ਨਹੀਂ ਬੈਠਦੇ। ਇੰਜੀਨੀਅਰ ਵੀ ਜੇਕਰ ਸਟਰਕਚਰ ਇੰਜੀਨੀਅਰ ਹੈ ਤੇ ਉਹ ਸਟਰਕਚਰ ਇੰਜੀਨੀਅਰ, ਹਾਂ, ਲਾਈਕ ਜਿਹੜੇ ਵੀ ਮਤਲਬ ਇੰਜੀਨੀਅਰ ਹੋਣਗੇ ਸਾਰੇ, ਸਭ ਦਾ ਆਪਣਾ ਆਪਣਾ ਫੀਲਡ ਹੈ, ਇੱਕ ਦੂਜੇ ਦੇ ਫੀਲਡ ਦੇ ਵਿੱਚ ਕੰਮ ਨਹੀਂ ਕਰ ਸਕਦਾ। ਤੇ ਕਿਉਂਕਿ ਉਸ ਤਰ੍ਹਾਂ ਦੀ ਉਹਨਾਂ ਦੀ ਪੜ੍ਹਾਈ ਨਹੀਂ ਹੁੰਦੀ, ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਉਹਨਾਂ ਚੀਜ਼ਾਂ ਦਾ, ਜਿਸ ਕਰਕੇ ਮਤਲਬ ਲਾਈਕ ਉਹਨਾਂ ਨੂੰ ਉਹ ਤਖਤ ਦੇ ਉੱਤੇ ਨਹੀਂ ਬਿਠਾਇਆ ਜਾਂਦਾ। ਤੇ ਮਤਲਬ ਇਹ ਬਹੁਤ ਵਧੀਆ ਤੁਹਾਡਾ ਸਵਾਲ ਹੈ। ਪਹਿਲੀ ਗੱਲ ਤਾਂ ਮੈਂ ਇਹ ਮਹਿਸੂਸ ਕਰਦਾ ਵੀ ਜੋ ਸਾਡੀ ਸਿੱਖਿਆ ਹੈਗੀ ਹੈ, ਜੋ ਚੀਜ਼ ਸਾਨੂੰ ਸਿਖਾਉਣਾ ਸੀ, ਸਾਨੂੰ ਇਨਸਾਨ ਬਣਾਉਣ ਵਾਲੀ ਸਿੱਖਿਆ ਜਿਹੜੀ ਹੈਗੀ ਹੈ ਨਾ, ਸਾਨੂੰ ਉਹ ਸਕੂਲਾਂ ਤੋਂ ਨਹੀਂ ਮਿਲਦੀ। ਜਿਹੜੀ ਸਾਨੂੰ ਸਿੱਖਿਆ, ਜੋ ਸਾਡੀ ਅੱਜ ਪਰਸਨੈਲਿਟੀ, ਜੋ ਸਾਡੇ ਦੇਸ਼ ਦੇ ਹਾਲਾਤ ਬਣ ਚੁੱਕੇ ਹਨ, ਜੋ ਸਾਡੀ ਅੱਜ ਕਹ ਲਓ ਵੀ ਅੱਜ ਸਾਡਾ ਨਜ਼ਰੀਆ, ਸਾਡਾ ਮਤਲਬ ਜਿਹਦੇ ਵਿੱਚੋਂ ਸਾਡੇ ਅੱਜ ਵਿਚਾਰ ਤੇ ਕੰਮ, ਜੇ ਕੌਨਸੀਕੁਐਂਸ ਜੋ ਸਾਡੇ ਸਾਹਮਣੇ ਅੱਜ ਹੈਗੇ ਹੈ, ਇਹ ਸਾਰਾ ਕੁਝ ਸਾਨੂੰ ਸਿੱਖਿਆ ਦੇ ਉੱਤੇ ਨਿਰਭਰ ਕਰਦਾ ਹੈ। ਸਿੱਖਿਆ ਬਹੁਤ ਹੀ ਇੰਪੋਰਟੈਂਟ ਹੈਗੀ ਹੈ। ਮਾਂ ਦੇ ਪੇਟ ਤੋਂ ਲੈ ਕੇ ਅਖੀਰਲੇ ਦਮ ਤੱਕ ਇਹ ਸਿੱਖਿਆ ਸਾਨੂੰ ਪ੍ਰਭਾਵਿਤ ਕਰਦੀ ਹੈ, ਸਾਡੀ ਸੋਚ ਨੂੰ, ਸਾਡੀ ਸ਼ਖਸੀਅਤ ਨੂੰ ਬਣਾਉਂਦੀ ਹੈ ਤੇ ਬਦਲਦੀ ਰਹਿੰਦੀ ਹੈ। ਇਸ ਕਰਕੇ ਸਿੱਖਿਆ ਜਿਹੜੀ ਹੈਗੀ ਹੈ, ਮੈਂ ਉਹ ਫਿਰ ਬੇਨਤੀ ਕਰਦਾ ਹਾਂ ਵੀ ਇੱਕ ਜੇ ਡਾਕਟਰ ਬਣਨਾ ਹੈ ਤਾਂ +2 ਫਿਜ਼ਿਕਸ, ਕੈਮਿਸਟਰੀ, ਬਾਇਓ ਇਹ +2 'ਚ ਹੋਣੇ ਚਾਹੀਦੇ ਹੈ। ਅਤੇ ਉਸ ਤੋਂ ਬਾਅਦ ਉਹਨੇ ਸਾਰੇ ਉਸ ਸਿਸਟਮ 'ਚ ਨੂੰ ਇੰਨੀ ਥਿਊਰੀ ਅਤੇ ਇੰਨਾ ਪ੍ਰੈਕਟੀਕਲ ਇੰਨੇ ਸਾਲ ਦਾ ਕਰਨਾ ਚਾਹੀਦਾ, ਅਤੇ ਫਿਰ ਉਹ ਉਸ ਸੀਟ 'ਤੇ ਬੈਠ ਸਕਦਾ, ਡਾਕਟਰ ਦੀ ਸੀਟ 'ਤੇ ਬੈਠ ਸਕਦਾ ਹੈ, ਫਿਰ ਉਹ ਇਨਸਾਫ ਦੇ ਸਕਦਾ ਹੈ ਨਾਗਰਿਕ ਨੂੰ, ਹੈ ਨਾ। ਮੇਰਾ ਇਹ ਪ੍ਰਸ਼ਨ ਪੁੱਛਣ ਦਾ ਸਭ ਤੋਂ ਬੜਾ ਕਾਰਨ ਇਹ ਸੀਗਾ ਕਿ ਜਿਸ ਚੀਜ਼ ਨੂੰ ਜਾਂ ਫਿਰ ਜਿਸ ਨੇਤਾ ਨੂੰ ਉਸ ਚੀਜ਼ ਦੀ ਨੌਲੇਜ ਹੀ ਨਹੀਂ ਹੈ ਕਿ ਸਿੱਖਿਆ ਉਹ ਚੀਜ਼ ਕੀ ਹੈ, ਉਹ ਅੱਗੇ ਕੀ ਸਿਸਟਮ ਚਲਾਏਗਾ। ਨਹੀਂ ਸਰ, ਇਹ ਬਹੁਤ ਸਾਰੇ ਮੇਨ ਕਾਰਨ ਹੈਗੇ ਹੈ ਜਿਸ ਕਰਕੇ ਆ ਸਾਡੇ ਹਾਲਾਤ ਅੱਜ ਐਸੇ ਬਣ ਚੁੱਕੇ ਹੈ। ਸਿੱਖਿਆ ਜਿਹੜੀ ਹੈਗੀ ਹੈ, ਇਸ ਦੇ ਸਿੱਖਿਆ ਦੇ ਵਿੱਚ ਇਨਸਾਨ ਨੂੰ ਇਨਸਾਨ ਬਣਨ ਦੀ ਸਿੱਖਿਆ ਜਿਹੜੀ ਹੈਗੀ ਹੈ, ਉਹਦਾ ਸਿਲੇਬਸ ਐਡ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਪਹਿਲੀ ਗੱਲ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਉਹਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਸਿੱਖਿਆ ਦੀ ਇੰਪੋਰਟੈਂਸ ਦਾ ਅਹਿਸਾਸ ਹੋਣਾ ਚਾਹੀਦਾ ਹੈ, ਤਾਂ ਕਿ ਉਸ ਨਾਲ ਸੰਬੰਧਿਤ ਪਾਲਿਸੀਜ਼ ਜਿਹੜੀਆਂ ਹੈਗੀਆਂ ਉਹ ਬਣਾਈਆਂ ਜਾ ਸਕਣ। ਮਹਿਸੂਸ ਕੀਤਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਜੇਕਰ ਇਨਸਾਨ ਕੋਲ ਸਿੱਖਿਆ ਨਹੀਂ ਹੋਏਗੀ, ਜਾਂ ਸਿੱਖਿਆ ਜੇਕਰ ਅਸੀਂ ਬਿਲਕੁਲ ਹੀ ਸਰਕਾਰੀ ਸਕੂਲਾਂ ਦੇ ਵਿੱਚ ਉਹਦਾ ਮਿਆਰ ਇੰਨਾ ਜ਼ਿਆਦਾ ਡਾਊਨ ਕਰ ਦਿੱਤਾ ਹੈ ਨਾ, ਜੋ ਉਹਨਾਂ ਨੂੰ ਉਸ ਵੇਲੇ ਦਾ ਉੱਥੇ ਇਨਵਾਇਰਮੈਂਟ ਚਾਹੀਦਾ ਸਿੱਖਣ ਦੇ ਲਈ ਨਹੀਂ, ਜਿਹੋ ਜਿਹੇ ਜਿੰਨੇ ਟੀਚਰ ਚਾਹੀਦੇ ਹੈਗੇ ਜੋ ਉਹਨੇ ਨਹੀਂ, ਜੋ ਫੈਸਿਲਿਟੀ ਚਾਹੀਦੀ ਹੈ, ਇਨਫਰਾਸਟ੍ਰਕਚਰ ਚਾਹੀਦਾ ਜੋ ਉੱਥੇ ਨਹੀਂ ਹੈ, ਤੇ ਸਾਡੇ ਦੇਸ਼ ਦਾ ਬੱਚਾ ਫਿਰ ਉਹ ਮਤਲਬ ਜਿਹੜਾ ਬਣ ਕੇ ਇਸ ਵੇਲੇ ਉਹਨੂੰ ਅਸੀਂ ਮਹਿਸੂਸ ਕਰਦੇ ਹਾਂ ਵੀ ਸਾਡੇ ਬੱਚਿਆਂ ਨੇ ਹੀ ਸਾਡੇ ਦੇਸ਼ ਦਾ ਭਵਿੱਖ ਹੈਗਾ, ਉਹਨਾਂ ਨੇ ਕੱਲ੍ਹ ਨੂੰ ਇਹਨਾਂ ਦੇਸ਼ ਦੇ ਲਈ ਕੰਮ ਕਰਨਾ ਹੈਗਾ। ਅਤੇ ਜੇਕਰ ਉਹਨਾਂ ਨੂੰ ਉਹ ਇਨਵਾਇਰਮੈਂਟ ਨਹੀਂ ਮਿਲਿਆ ਸਿੱਖਣ ਦਾ, ਉਹ ਐਕਸਪੋਜ਼ਰ ਨਹੀਂ ਮਿਲਿਆ, ਉਹ ਅਪਰਚੁਨਿਟੀ ਨਹੀਂ ਮਿਲੀ, ਤਾਂ ਫਿਰ ਸਮਝ ਲਓ ਸਾਡੇ ਦੇਸ਼ ਦਾ ਹਾਲਾਤ ਜਿਹੜੇ ਹੈ ਇਸ ਤੋਂ ਕਿਤੇ ਜ਼ਿਆਦਾ ਵਿਗੜ ਜਾਣਗੇ। ਅਤੇ ਇਸ ਕਰਕੇ ਮੈਂ ਫਿਰ ਲਾਈਕ ਇਹੀ ਬੇਨਤੀ ਕਰਦਾ ਹਾਂ ਕਿ ਸਾਡੀ ਐਜੂਕੇਸ਼ਨ ਜਿਹੜੀ ਹੈਗੀ ਹੈ, ਇਸ ਐਜੂਕੇਸ਼ਨ ਦੇ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ। ਜਦੋਂ ਵੀ ਅਸੀਂ ਇਨਸਾਨ ਨੂੰ, ਕਿਸੇ ਨੂੰ ਵੀ, ਦੇਸ਼ ਦੇ ਨਾਗਰਿਕ ਨੂੰ, ਸਮਾਜ ਜਿਹੜਾ ਹੈਗਾ, ਸਮਾਜ ਤੋਂ ਨੇਤਾ ਹੈ, ਨੇਤਾ ਤੋਂ ਸਮਾਜ ਨਹੀਂ, ਉਹ ਬਾਅਦ 'ਚ ਹੈ ਵੀ ਹਾਂ ਨੇਤਾ ਜਿਹੋ ਜਿਹਾ ਹੋਊਗਾ ਸਮਾਜ ਨੇ ਫਿਰ ਉਹੋ ਜਿਹਾ ਬਣ ਜਾਣਾ। ਪਰ ਮੇਨ ਚੀਜ਼ ਹੈਗੀ ਨਾਗਰਿਕ ਹੀ ਲਾਈਕ ਦੇਸ਼ ਦਾ ਜਿਹੜਾ ਹੈਗਾ, ਉਹਦੇ ਕੋਲ ਹੀ ਸਮਝ ਲਓ ਸਾਰੀ ਪਾਵਰ ਹੁੰਦੀ ਹੈ ਵੀ ਉਹਨੇ ਫਿਰ ਸੇਵਾ ਦਾ ਮੌਕਾ ਦੇਣਾ ਹੁੰਦਾ ਹੈ। ਜਿਹਨੂੰ ਸੇਵਾ ਦਾ ਮੌਕਾ ਦੇਣਾ ਹੈ, ਉਸ ਦੇ ਅੰਦਰ ਅਸੀਂ ਇਹ ਵੀ ਦੇਖਣਾ ਦਰਦ ਹੈ ਕਿੰਨਾ ਕੁ ਹੈ, ਉਹਦੇ ਕੋਲ ਉਹਨੂੰ ਸਮਝਣ ਦੀ, ਦਰਦ ਨੂੰ ਸਮਝਣ ਦੀ ਸ਼ਕਤੀ ਕਿੰਨੀ ਕੁ ਹੈ, ਤੇ ਉਹਦੀ ਐਜੂਕੇਸ਼ਨ ਕਿੰਨੀ ਕੁ ਹੈ, ਕਿ ਉਹ ਇਹਨਾਂ ਚੀਜ਼ਾਂ ਨੂੰ ਸਮਝਦਾ ਹੈ, ਕਿ ਉਹਦੀ ਕੈਪੇਬਿਲਿਟੀ ਹੈਗੀ ਹੈ, ਕਿ ਉਹ ਪਾਲਿਸੀ, ਉਹਦਾ ਪਿਛਲੀ ਹਿਸਟਰੀ ਕਿੱਦਾਂ ਦੀ ਹੈ। ਕਿਉਂਕਿ ਜਦ ਤੱਕ ਨੀਂਹ ਹੀ ਮਜ਼ਬੂਤ ਨਹੀਂ ਹੋਏਗੀ ਤਾਂ ਮਕਾਨ ਕਿਵੇਂ ਖੜਾ ਹੋਵੇਗਾ। ਨੈਚੁਰਲੀ ਬਸ ਉਹੀ ਹੈ, ਜਦੋਂ ਅਸੀਂ ਸਿਲੈਕਸ਼ਨ ਹੀ ਕਹਿ ਲਓ, ਜਦੋਂ ਅਸੀਂ ਇਲੈਕਸ਼ਨ ਜਿਹੜੀ ਹੈਗੀ ਹੈ ਉਹ ਮਤਲਬ ਗੁਣਾਂ ਦੇ ਆਧਾਰ 'ਤੇ ਨਹੀਂ ਕੀਤੀ, ਕੁਆਲਿਟੀ ਦੇ ਆਧਾਰ 'ਤੇ ਨਹੀਂ ਕੀਤੀ, ਅਤੇ ਉਹਦੀ ਨੌਲੇਜ ਦੇ ਆਧਾਰ 'ਤੇ ਨਹੀਂ ਕੀਤੀ, ਅਤੇ ਆਪਾਂ ਉਸ ਤੋਂ ਆਸ ਰੱਖ ਲਈ ਕਿ ਇਸ ਤੋਂ ਇਹ ਚੀਜ਼ ਮਿਲੇਗੀ, ਅਤੇ ਫਿਰ ਇਹ ਤਾਂ ਮੈਨੂੰ ਲੱਗਦਾ ਉਹੀ ਕੰਮ ਹੋ ਗਿਆ ਕਿ ਅਸੀਂ ਬੀਜਦੇ ਹਾਂ, ਮੈਨੂੰ ਲੱਗਦਾ ਕਿੱਕਰ ਨੂੰ ਜਾਣਦੇ ਹੀ ਹੋਣੇ ਸਾਰੇ, ਵੀ ਬੀਜਦੇ ਹਾਂ ਕਿੱਕਰਾਂ ਅਤੇ ਮੰਗਦੇ ਹਾਂ ਅਸੀਂ ਅੰਬ। ਇਹ ਤਾਂ ਸਾਨੂੰ ਆਪ ਹੀ ਸਮਝਣਾ ਪਏਗਾ ਕਿ ਜੋ ਤੁਸੀਂ ਚਾਹੁੰਦੇ ਹੋ ਨਾ, ਤੁਸੀਂ ਉਹੋ ਜਿਹੇ ਇਨਸਾਨ ਨੂੰ ਸਾਹਮਣੇ ਲੈ ਕੇ ਆਓ, ਤਾਂ ਉਸਦੇ ਹਾਲਾਤ ਜਿਹੜੇ ਸਾਡੇ ਸਮਾਜ ਦੇ, ਸਾਡੀਆਂ ਮਤਲਬ ਸਮੱਸਿਆਵਾਂ ਜਿਹੜੀਆਂ ਬਿਲਕੁਲ ਉਹ ਸਮਝੇਗਾ, ਅਤੇ ਉਹ ਜ਼ਰੂਰ ਇਹ ਸਮੱਸਿਆਵਾਂ ਘਟਣਗੀਆਂ। ਅਤੇ ਮੈਨੂੰ ਲੱਗਦਾ ਵੀ ਫਿਰ ਸਾਡੇ
ਜਿਹੜੇ ਹੱਕ ਹੈਗੇ ਆ ਉਹ ਸਾਨੂੰ ਪਤਾ ਹੋਣਾ ਚਾਹੀਦਾ। ਸਾਡੇ ਦੇਸ਼ ਦੇ ਵਿੱਚ ਮਤਲਬ ਜੇ ਕੋਈ ਮੁਸ਼ਕਲ ਆਵੇ ਤੇ ਸਾਡੇ ਲਾਈਕ ਅਸੀਂ ਕਿਹੜੀਆਂ ਹੈਲਪਲਾਈਨਸ ਹੈਗੀਆਂ ਤੇ ਅਸੀਂ ਕੀ ਕਰ ਸਕਦੇ ਹਾਂ। 108 ਨੰਬਰ ਦੀ ਕੀ ਰਿਸਪੌਂਸਿਬਿਲਿਟੀ ਹੈ, 100 ਨੰਬਰ ਦੀ ਕੀ ਰਿਸਪੌਂਸਿਬਿਲਿਟੀ ਹੈ, ਜਿਹੜੀ ਹੈਲਪਲਾਈਨ ਸਾਡੇ ਦੇਸ਼ ਦੀ ਹੈ 112 ਉਹਦੀ ਸਾਡੀ ਰਿਸਪੌਂਸਿਬਿਲਿਟੀ ਸਾਡੇ ਪ੍ਰਤੀ ਕੀ ਬਣਦੀ, ਸਾਨੂੰ ਅਵੇਅਰਨੈਸ ਚਾਹੀਦੀ ਹੈ। ਜੋ ਸਾਡੇ ਮਤਲਬ ਜਿੰਨਾ ਵੀ ਲਾਈਕ ਸਾਡਾ ਯੂਥ ਹੈਗਾ ਉਹਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਕਿਸ ਫੀਲਡ ਜਾਣਾ, ਉਸ ਦੀ ਕਿੰਨੀ ਮੰਨ ਲਓ ਸਿਵਲ ਦੀ ਜੇਕਰ ਲੋੜ ਤਾਂ ਸਿਵਲ ਦੇ ਉਹਨੇ ਕੋਰਸ ਹੋਣੇ ਚਾਹੀਦੇ। ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਸ ਚੀਜ਼ ਨਾਲ ਸੰਬੰਧ ਰੱਖਦੀਆਂ। ਪੜ੍ਹੇ ਲਿਖੇ ਸਾਡੇ ਜਦੋਂ ਲੀਡਰ ਤੇ ਸਾਡੇ ਸਮਾਜ ਦਾ ਦਰਦ ਰੱਖਣ ਵਾਲੇ ਲੀਡਰ ਜਦੋਂ ਪਬਲਿਕ ਦੀ ਨਾਗਰਿਕ ਦੀ ਜਗ੍ਹਾ ਖੜ ਕੇ ਉਹਨਾਂ ਦੇ ਦਰਦ ਨੂੰ ਮਹਿਸੂਸ ਕਰਨ ਵਾਲੇ ਲੀਡਰਾਂ ਨੂੰ ਅਸੀਂ ਇਲੈਕਟ ਕਰਾਂਗੇ ਤੇ ਫਿਰ ਉਹ ਦਿਨ ਦੂਰ ਨਹੀਂ ਕਿ ਸਾਡੇ ਹਾਲਾਤ ਜਿਹੜੇ ਆ ਸੋਨੇ ਦੀ ਚਿੜੀਆ ਕਿ ਸੋਨੇ ਦਾ ਮੋਰ ਬਣ ਜਾਏਗਾ ਫਿਰ ਇਹ ਦੇਸ਼। ਇਹਦੇ ਰਿਸੋਰਸਿਸ ਇਹਦੇ ਕੋਲ ਬਹੁਤ ਜ਼ਿਆਦਾ ਹੈ। ਲੋੜ ਹੈ ਇਹਦੇ ਵਿੱਚ ਇੱਕ ਸਮਾਜ ਦਾ ਨਾਗਰਿਕ ਦਾ ਦਰਦ ਰੱਖਣ ਵਾਲੇ ਲੀਡਰਾਂ ਨੂੰ ਉਹਨਾਂ ਨੂੰ ਅੱਗੇ ਲਿਆਉਣ ਦੀ ਤੇ ਉਹਨਾਂ ਨੂੰ ਤਖਤਾਂ ਤੇ ਬਿਠਾਉਣ ਦੀ। ਤੇ ਅਦਰਵਾਈਜ਼ ਤਾਂ ਜੋ ਅਸੀਂ ਇਹਨਾਂ ਲਈ ਅਸੀਂ ਵੱਡੇ ਪੱਧਰ ਤੇ ਖੁਦ ਜ਼ਿੰਮੇਵਾਰ ਹੈ। ਇਸੇ ਕਰਕੇ ਮਤਲਬ ਸਾਡੇ ਕੋਲ ਇੰਨੇ ਨਾਗਰਿਕ ਪਹੁੰਚ ਰਹੇ ਹੈ, ਇੰਨੀਆਂ ਦਰਦ ਭਰੀਆਂ ਕਹਾਣੀਆਂ। ਮਤਲਬ ਔਰਤ ਸਾਡੇ ਕੋਲ ਖਰੜ ਤੋਂ ਤੁਸੀਂ ਲਾਂਡਰਾ ਸ਼ਾਇਦ ਸੁਣਿਆ ਹੋਣਾ। ਜੀ ਜੀ ਬਿਲਕੁਲ। ਉਹ ਸੜਕ ਦੇ ਉੱਤੇ ਔਰਤ ਜਿਹੜੀ ਹੈ ਮਤਲਬ ਜਦੋਂ ਉੱਥੇ ਪਈ ਸੀ ਤੇ 2 ਵਾਰ ਇੱਕ ਸੱਜਣ ਜਿਹੜੇ ਸੀ ਉਹਨੂੰ ਨਜ਼ਰਅੰਦਾਜ਼ ਕਰਕੇ ਰਾਤ ਨੂੰ ਨਿਕਲਦੇ ਸੀ ਲੰਘ ਗਏ ਤੇ ਲਾਈਟਾਂ ਪੈਂਦੀਆਂ ਸੀ ਤੇ ਬਾਰਿਸ਼ ਦੇ ਦਿਨ ਸੀ, ਬਰਸਾਤ ਦੇ ਦਿਨ ਸੀ। ਜਦੋਂ ਤੀਜੇ ਦਿਨ ਉੱਥੇ ਲੰਘਣ ਲੱਗੇ ਕਹਿੰਦੇ ਵੀ ਹੁਣ ਮੇਰੇ ਕੋਲੋਂ ਅੱਜ ਲੰਘਿਆ ਨਹੀਂ ਜਾ ਰਿਹਾ। ਰਾਤ ਨੂੰ 8:30 ਵਜੇ ਤੇ ਕਹਿੰਦੇ ਮੈਨੂੰ ਕੁਝ ਨਹੀਂ ਪਤਾ ਲੱਗ ਰਿਹਾ, ਤੁਹਾਡਾ ਨੰਬਰ ਮੈਨੂੰ ਮਿਲਿਆ ਪ੍ਰਭ ਆਸਰਾ ਦਾ ਤੇ ਉਹਨੇ ਕਾਲ ਕੀਤੀ। ਉਹਨਾਂ ਨੇ ਕਹਿੰਦੇ ਜੀ ਮੇਰੇ ਸਾਹਮਣੇ ਇਹ ਹਾਲਾਤ ਹੈ, 22 ਸਾਲ ਦੀ ਔਰਤ ਹੈ ਤੇ ਪ੍ਰੈਗਨੈਂਟ ਹੈਗੀ ਹੈ ਵੀ ਅੱਜ ਮੇਰੇ ਅੰਦਰੋਂ ਇੰਨੀ ਜ਼ਿਆਦਾ ਇਹ ਆਵਾਜ਼ ਮੈਨੂੰ ਫੋਰਸ ਕਰ ਰਹੀ ਹੈਗੀ ਹੈ ਕਿ ਮੈਂ ਗੱਡੀ ਨਹੀਂ ਚਲਾ ਪਾ ਰਿਹਾ ਵੀ ਮੇਰੇ ਸਾਹਮਣੇ 2 ਮੌਤ ਆਉਣਗੇ, ਮੇਰੇ ਅੰਦਰੋਂ ਆਵਾਜ਼ ਆ ਰਹੀ ਹੈ। 2 ਦਿਨ ਮੈਂ ਇਗਨੋਰ ਕਰਕੇ ਲੰਘਦਾ ਰਿਹਾ, ਅੱਜ ਮੇਰੇ ਕੋਲੋਂ ਲੰਘਿਆ ਨਹੀਂ ਜਾ ਰਿਹਾ। ਤੇ ਕਹਿੰਦੇ ਮੈਨੂੰ ਪਤਾ ਵੀ ਨਹੀਂ ਲੱਗ ਰਿਹਾ ਮੈਂ ਕੀ ਕਰਾਂ, ਕਿਹਨੂੰ ਫੋਨ ਕਰਾਂ ਵੀ ਹੁਣ ਹੈਲਥ ਮਿਨਿਸਟਰ ਨੂੰ ਫੋਨ ਕਰਾਂ ਜਾਂ ਮੈਂ ਕਿਸੇ ਆ ਹੀ ਜਾਂਦੀ ਹੈ ਨਾ। ਫਿਰ ਅਕਸਰ ਇਨਸਾਨ ਹੈ ਸਾਡੇ ਅੰਦਰ ਵੀ ਮਤਲਬ ਇੰਨਾ ਤਾਂ ਨਹੀਂ ਇਨਸਾਨ ਸਾਡੇ ਇਨਸਾਨੀਅਤ ਖਤਮ ਹੋਈ ਤੇ ਉਹ ਲਾਈਕ ਸਾਨੂੰ ਪਤਾ ਨਹੀਂ ਲੱਗ ਰਿਹਾ, ਸਾਨੂੰ ਮਤਲਬ ਜਾਗਰੂਕ ਨਹੀਂ ਕੀਤਾ ਜਾ ਰਿਹਾ ਹੈ ਨਾ ਵੀ ਇਹ ਦਰਦ ਅਸੀਂ ਮਨਾਉਣੇ ਕਿੱਦਾਂ, ਇਹ ਦਰਦ ਕਿੱਦਾਂ ਮਨਾਉਣੇ। ਅਵੇਅਰ ਨਹੀਂ ਹੈਗੇ ਆਪਾਂ ਉਸ ਚੀਜ਼ ਅਵੇਅਰਨੈਸ ਦੀ ਬਹੁਤ ਵੱਡੇ ਪੱਧਰ ਤੇ ਘਾਟ ਹੈਗੀ ਹੈ। ਜਿਵੇਂ ਆਪਾਂ ਪਹਿਲਾਂ ਵੀ ਟੌਪਿਕ ਸ਼ੁਰੂ ਕਰਨ ਲੱਗੇ ਸੀ ਕਿ ਜੇਕਰ ਸੀਨੀਅਰ ਸਿਟੀਜ਼ਨ ਐਕਟ ਬਣ ਗਿਆ ਤੇ ਉਹ ਸੀਨੀਅਰ ਸਿਟੀਜ਼ਨ ਐਕਟ ਦੇ ਆਧਾਰ ਤੇ ਅਸੀਂ ਕਿਸ ਨੂੰ ਕਾਲ ਕਰਨੀ ਹੈ। ਜੇਕਰ ਬੰਦਾ ਡਿਪਰੈਸ਼ਨ ਕਰਕੇ ਘਰ ਦੇ ਵਿੱਚ ਇਕੱਲੀ ਵਿਧਵਾ ਵਿਚਾਰੀ ਜਾਂ ਕਈ ਵਾਰ ਇਹ ਹੁੰਦਾ ਸਾਨੂੰ ਫੋਨ ਆਉਂਦੇ ਆ ਨਾ ਕਿ ਮਦਰ ਜਿਹੜੀ ਸੀ ਉਹ ਵਿਚਾਰੀ ਡਿਪਰੈਸ਼ਨ ਚਲੀ ਗਈ ਕਿਉਂਕਿ ਫਾਦਰ ਦੀ ਡੈਥ ਹੋ ਗਈ, ਬੱਚੀ ਹੈ ਉਹਦੀ ਨੌਜਵਾਨ ਬੱਚੀ ਹੈ। ਮਦਰ ਜਿਹੜੀ ਹੈ ਇੰਨੀ ਜ਼ਿਆਦਾ ਡਿਪਰੈਸ਼ਨ 'ਚ ਹੈ, ਹੁਣ ਸੁਸਾਈਡਲ ਆਈਡੇਸ਼ਨ ਉਹ ਸੁਸਾਈਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬੱਚੀ ਮਤਲਬ ਕੋਸ਼ਿਸ਼ ਕਰ ਰਹੀ ਹੈ ਵੀ ਮੈਂ ਇਹਨੂੰ ਹਸਪੀਟਲ ਸ਼ਿਫਟ ਕਰਨਾ ਤੇ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਮੈਂ ਹਸਪੀਟਲ ਸ਼ਿਫਟ ਕਰਨ ਲਈ ਕਿਹਦੀ ਹੈਲਪ ਲਵਾਂ। ਤੇ ਫਿਰ ਉਹ ਜਿਹੜੀਆਂ ਹੈਲਪਲਾਈਨਸ ਹੈ ਉਹ ਉਹਦੇ ਲਈ ਹੈਲਪਫੁਲ ਨਹੀਂ ਹੋ ਰਹੀਆਂ ਤੇ ਫਿਰ ਮੈਂ ਕਿਸ ਨੂੰ ਅੱਗੇ ਰਿਕੁਐਸਟ ਕਰਾਂ, ਕਿਸ ਨੂੰ ਮੈਂ ਮਤਲਬ ਕਾਲ ਕਰ ਸਕਦੀ ਹਾਂ। ਇਸ ਚੀਜ਼ ਦੀ ਅਵੇਅਰਨੈਸ ਦੀ ਵੱਡੇ ਪੱਧਰ ਤੇ ਘਾਟ ਹੈ। ਤੇ ਇਸੇ ਤਰੀਕੇ ਨਾਲ ਜਿਵੇਂ ਆਪਾਂ ਬੱਚਾ ਕੋਈ ਇਸ ਤਰ੍ਹਾਂ ਦੀ ਸਮੱਸਿਆ ਦੇ ਵਿੱਚ ਮਿਲਦਾ, ਕੱਲਾ ਬੱਚਾ ਮਿਲਦਾ ਕਿਸ ਤਰ੍ਹਾਂ ਘਰ ਤੋਂ ਗੁੰਮ ਹੋ ਗਿਆ ਜਾਂ ਉਹਦੇ ਮਦਰ ਫਾਦਰ ਨਹੀਂ ਰਹੇ ਜਾਂ ਹਾਲਾਤ ਹੀ ਐਸੇ ਹੈ ਕਿ ਮਦਰ ਦੀ ਡੈਥ ਹੋ ਗਈ, ਫਾਦਰ ਨੇ ਸ਼ਾਦੀ ਹੋਰ ਕਰੀ, ਕੱਲਾ ਬੱਚਾ ਉਹ ਰੁਲਦਾ ਵਿਚਾਰਾ ਵੀ ਅਸੀਂ ਉਹ ਬੱਚੇ ਦੀ ਸਮੱਸਿਆ ਜਿਹੜੀ ਹੈਗੀ ਆ ਉਹਦੇ ਸੋਲੂਸ਼ਨ ਦੇ ਲਈ ਅਸੀਂ ਕਿਸ ਨੂੰ ਫੋਨ ਕਰਨਾ। ਸਾਨੂੰ ਨਹੀਂ ਇਹਨਾਂ ਗੱਲਾਂ ਦਾ ਜੇ ਪਤਾ ਲੱਗ ਰਿਹਾ ਤੇ ਜਦੋਂ ਕਿ ਇਹ ਚੀਜ਼ਾਂ ਸਾਰੀਆਂ ਐਗਜ਼ਿਸਟ ਕਰਦੀਆਂ ਜੇਕਰ ਅਸੀਂ ਰਿਕੁਐਸਟ ਕਰਾਂਗੇ ਤੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਦੇ ਹਾਂ ਉਹਨਾਂ ਨੂੰ ਅਸੀਂ ਪੁੱਛਾਂਗੇ ਵੀ ਸਾਨੂੰ ਦੱਸੋ ਜੀ ਤੁਹਾਨੂੰ ਸੇਵਾ ਦਾ ਮੌਕਾ ਦਿੱਤਾ ਤੇ ਇਹ ਹਾਲਾਤ ਹੈ ਤੁਹਾਡੇ, ਤੁਰੰਤ ਹੈਲਪ ਦੀ ਲੋੜ ਹੈ। ਮੈਂ ਗੱਲ ਕਰ ਰਿਹਾ ਸੀ ਉਸ ਔਰਤ ਦੀ, ਫਿਰ ਉਸ ਔਰਤ ਨੂੰ ਜਿਹੜੀ ਗੱਲ ਕਰ ਰਹੇ ਸੀ ਵੀ ਰਾਤ ਨੂੰ ਫਿਰ ਮੈਂ ਕਿਹਾ ਜੀ ਅਸੀਂ ਪਹੁੰਚ ਰਹੇ ਹਾਂ ਤੁਸੀਂ ਉੱਥੇ ਰੁਕੋ ਜੀ ਐਸੇ ਹਾਲਾਤ ਹੈ। ਕਹਿੰਦੇ ਨਹੀਂ ਜੀ ਮੈਂ ਫਟਾਫਟ ਮੇਰੇ ਕੋਲ ਗੱਡੀ ਹੈ ਮੈਂ ਲਿਆ ਸਕਦਾ, ਰਾਤ ਨੂੰ ਲੈ ਕੇ ਪਹੁੰਚੇ। ਅਸੀਂ ਤੁਰੰਤ ਉਹਨਾਂ ਨੂੰ ਫਿਰ ਹਸਪੀਟਲ 'ਚ ਸ਼ਿਫਟ ਕੀਤਾ ਤੇ 5 ਦਿਨਾਂ ਬਾਅਦ ਬੱਚੇ ਨੇ ਜਨਮ ਲਿਆ। ਇਸ ਤਰ੍ਹਾਂ ਬਹੁਤ ਸਾਰੀਆਂ ਹੋਰ ਸਾਡੇ ਕੋਲ ਜਿਹੜੀਆਂ ਪਹੁੰਚੀਆਂ ਲੜਕੀਆਂ ਔਰਤਾਂ ਜਿਨ੍ਹਾਂ ਨੇ ਮਤਲਬ ਕਹਿ ਲਓ ਵੀ ਥੋੜ੍ਹੇ ਦਿਨਾਂ ਬਾਅਦ ਹੀ ਇੰਪਰੂਵ ਹੋ ਕੇ ਆਪਣੇ ਘਰ ਦੇ ਐਡਰੈਸ ਦੱਸੇ, ਪਾਗਲ ਕਹਿ ਕੇ ਸਾਡੇ ਕੋਲ ਦਾਖਲ ਕਰਾ ਗਏ। ਤੇ ਉਸ ਤੋਂ ਬਾਅਦ ਮਤਲਬ ਅਸੀਂ ਜੋ ਸਾਈਕੈਟਰਿਸਟ ਤੋਂ ਟ੍ਰੀਟਮੈਂਟ ਸ਼ੁਰੂ ਕੀਤਾ। ਮੈਂ ਕਿਹਾ ਇਹਨਾਂ ਨੂੰ ਪਾਗਲ ਕਿਉਂ ਕਹਿੰਦੇ ਆ, ਪਾਗਲ ਤੇ ਅਸੀਂ ਆ। ਇਹ ਤੇ ਇੱਕ ਡਿਪਰੈਸ਼ਨ ਜਿਹੜੀ ਹੈਗੀ ਹੈ ਇੱਕ ਮਤਲਬ ਡਿਜ਼ੀਜ਼ ਹੈ ਜਿਹੜੀ ਕਿ ਕਿਉਰੇਬਲ ਹੈਗੀ ਹੈ। ਇਹਨਾਂ ਨੂੰ ਸਹਾਰੇ ਦੀ ਲੋੜ ਹੈ, ਬੱਚੇ ਨੂੰ ਸਹਾਰੇ ਦੀ ਲੋੜ ਹੈ, ਬਜ਼ੁਰਗ ਨੂੰ ਸਹਾਰੇ ਦੀ ਲੋੜ ਹੈ। ਕੋਈ ਡਿਪਰੈਸ਼ਨ ਚਲੇਗਾ ਉਹਨੂੰ ਸਹਾਰੇ ਦੀ ਲੋੜ ਹੈ। ਇਹਨਾਂ ਨੂੰ ਪਾਗਲ ਕਿਉਂ ਕਿਹਾ ਜਾ ਰਿਹਾ ਤੇ ਨਹੀਂ ਇਹਨੇ ਖਾਣਾ ਠੀਕ ਖਾਦਾ। ਚਲੋ ਸਾਡੇ ਅਵੇਅਰਨੈਸ ਦੀ ਘਾਟ ਹੈਗੀ ਹੈ ਕਿ ਰਿਸੋਰਸਸ ਹੈਗੇ ਨੇ ਬਟ ਅਵੇਅਰਨੈਸ ਨਹੀਂ ਹੈਗੀ। ਅਵੇਅਰਨੈਸ ਜਾਂ ਆਚਾਰ ਜਿਹੜਾ ਨਾ ਉਹ ਭ੍ਰਿਸ਼ਟ ਹੋ ਗਿਆ। ਭ੍ਰਿਸ਼ਟਾਚਾਰ ਹੋਣ ਕਰਕੇ ਮੈਂ ਫਿਰ ਤੁਹਾਨੂੰ ਕਹਿ ਰਿਹਾ ਵੀ ਉਹ ਸਾਰੀਆਂ ਪ੍ਰੋਬਲਮਸ ਆ ਗਈਆਂ। 2 ਟਾਈਮ ਦੀ ਰੋਟੀ ਨੂੰ ਵੀ ਤਰਸਣ ਲੱਗ ਗਿਆ, ਉਹ ਵੀ ਦਰਦ ਚੱਲ ਰਿਹਾ, ਇਲਾਜ ਵਾਲਾ ਵੀ ਬਿਮਾਰੀਆਂ ਦਾ ਵੀ ਦਰਦ ਚੱਲ ਰਿਹਾ ਤੇ ਐਜੂਕੇਸ਼ਨ ਤੇ ਰੁਜ਼ਗਾਰ ਦੇ ਸਾਰੇ ਇਨਸਾਫ ਦੇ ਦਰਦ ਚੱਲ ਰਿਹਾ ਕਿਉਂਕਿ ਆਚਾਰ ਜਿਹੜਾ ਸੀ ਉਹਦੇ ਵਿੱਚ
ਮਤਲਬ ਬਹੁਤ ਹੀ ਜ਼ਿਆਦਾ ਕਹ ਲਓ ਸਵਾਰਥ ਆ ਗਿਆ, ਖੁਦਗਰਜ਼ੀ ਆ ਗਈ ਨਾ, ਖੁਦਗਰਜ਼ੀ ਆ ਗਈ, ਉਪਰੇਸ਼ਨ ਹੋ ਮਨੁੱਖ ਗਿਆ, ਸਵਾਰਥ ਹੋ ਗਿਆ, ਇਸ ਕਰਕੇ ਅਦਰਵਾਈਜ਼ ਸਾਡੇ ਤੇ ਬੰਦੇ ਇੱਥੇ ਇੰਡੀਅਨਸ ਜਿਹੜੇ ਹੈਗੇ ਆ ਜਹਾਜ਼ਾਂ ਤੇ ਜਾਂਦੇ ਆ ਦੂਜੀ ਕੰਟਰੀ ਦੇ ਵਿੱਚੋਂ ਆਪਣਾ। ਤੇ ਆਪਾਂ ਆਹੀ ਗੱਲ ਕਰੀਏ ਕਿ ਮੋਸਟਲੀ ਇੰਡੀਅਨਸ ਨੇ ਉਹ ਫੋਰਨ ਜਾਂਦੇ ਨੇ, ਕਹਿੰਦੇ ਸਿਸਟਮ ਅੱਛਾ ਹੈ, ਇੰਡੀਆ 'ਚ ਕੁਝ ਨਹੀਂ ਹੈਗਾ। ਉਹ ਸਿਰਫ ਇਸ ਲਈ ਹੈ ਕਿਉਂਕਿ ਸਿਸਟਮ ਨਹੀਂ ਸੈੱਟ ਹੈਗਾ, ਰਿਸੋਰਸਿਸ ਹੈਗੇ ਬਟ ਅਵੇਅਰਨੈਸ ਨਹੀਂ ਹੈਗੀ। ਅਵੇਅਰਨੈਸ ਦੀ ਘਾਟ ਸਾਨੂੰ ਪਤਾ ਨਹੀਂ ਕਿ ਆਪਾਂ ਕਿਸ ਤਰੀਕੇ ਨਾਲ ਅਵੇਅਰ ਹੋਣਾ ਹੈ, ਆਪਾਂ ਕਿਸ ਤਰੀਕੇ ਨਾਲ ਵਰਕ ਕਰਨਾ ਹੈ। ਸਿਸਟਮ ਇਸ ਤਰੀਕੇ ਦਾ ਬਣ ਚੁੱਕਿਆ ਹੈ। ਬਿਲਕੁਲ ਬਿਲਕੁਲ, ਇਸ ਲਈ ਨਹੀਂ ਤਾਂ ਇੰਡੀਆ 'ਚ ਕੋਈ ਕਮੀ ਨਹੀਂ ਹੈ, ਕੋਈ ਕਮੀ ਨਹੀਂ। ਇੰਡੀਆ ਤਾਂ ਬਹੁਤ ਜ਼ਿਆਦਾ ਕੰਟਰੀ ਜੇ ਰਹਿਣ ਦੇ ਐਂਗਲ ਤੋਂ ਦੇਖੀਏ, ਇੱਥੋਂ ਵਰਗਾ ਪਾਣੀ ਜਿੰਨਾ ਮਰਜ਼ੀ ਅਸੀਂ ਪੋਲਿਊਟ ਕਰਦਾ, ਪਰ ਫਿਰ ਵੀ ਜਿੰਨਾ ਅਸੀਂ ਧਰਤੀ ਚੋਂ ਕੱਢ ਕੇ ਅੱਜ ਪਾਣੀ ਪੀ ਸਕਦੇ ਹਾਂ, ਕਈ ਕੰਟਰੀ 'ਚ ਅਸੀਂ ਨਹੀਂ ਪੀ ਸਕਦੇ। ਜੋ ਕੁਝ ਇੱਥੇ ਪੈਦਾ ਹੋ ਰਿਹਾ, ਹਰ ਕੰਟਰੀ 'ਚ ਉਹ ਚੀਜ਼ ਪੈਦਾ ਨਹੀਂ ਹੋ ਰਹੀ ਜੋ ਇੱਥੇ ਮਤਲਬ ਇਨਵਾਇਰਨਮੈਂਟ ਰਹਿਣ ਦੇ ਲਈ ਜਿੰਨਾ ਅੱਛਾ ਗੱਲ ਆ ਲਈ, ਹਰ ਇੱਕ ਚੀਜ਼ ਅਵੇਲੇਬਲ ਹੈ ਇੱਥੇ, ਬਟ ਸਿਸਟਮ ਦੀ ਪ੍ਰੋਬਲਮ ਹੈ, ਸਿਰਫ ਸੋਚ ਸਿਸਟਮ ਜਿਹੜਾ ਹੈਗਾ ਦੈਟ ਇਜ਼ ਦੀ ਪ੍ਰੋਡਕਟ ਹੈ। ਉਹ ਕ੍ਰੀਏਟ ਕਿਹਨੇ ਕਰਨਾ ਹੈ? ਉਹ ਜਿਹਨੇ ਕ੍ਰੀਏਟ ਕਰਨਾ ਹੈ, ਜਿਸ ਸੋਚ ਦੇ ਵਿੱਚੋਂ ਕ੍ਰੀਏਟ ਹੋਣਾ ਹੈ, ਉਹ ਸੋਚ ਵਾਲਾ ਮਨੁੱਖ, ਉਹ ਸੋਚ ਵਾਲਾ ਨੇਤਾ। ਬਿਲਕੁਲ ਬਿਲਕੁਲ ਠੀਕ ਹੈ, ਉਹ ਉਸ ਨੇਤਾ ਦੀ ਲੋੜ ਹੈਗੀ ਹੈ ਸਾਨੂੰ। ਨੇਤਾ ਦੀ ਲੋੜ ਹੈ ਤੇ ਮਤਲਬ ਉਹਨੇ ਨੀਤੀ ਬਣਾਉਣੀ ਹੈ, ਨੇਤਾ ਨੇ ਨੀਤੀ ਬਣਾਉਣੀ ਹੈ। ਰਾਜਨੀਤੀ ਮਾੜੀ ਨਹੀਂ, ਸਵਾਰਥੀ ਨੀਤੀ ਮਾੜੀ ਹੈ। ਰਾਜਨੀਤੀ ਨਹੀਂ ਮਾੜੀ ਹੁੰਦੀ, ਨੀਤੀ ਤਾਂ ਬਣਾਉਣੀ ਪਏਗੀ। ਉਹ ਨੀਤੀ ਜਦੋਂ ਨਾ ਸਮਾਜ ਦੇ ਵਿੱਚ ਨਾਗਰਿਕ ਦੇ ਦਰਦਾਂ ਨੂੰ ਧਿਆਨ ਵਿੱਚ ਰੱਖ ਕੇ ਉਹ ਦਰਦ ਦੂਰ ਕਰਨ ਵਾਸਤੇ ਜੋ ਨੀਤੀ ਬਣਾਈ ਜਾਊਗੀ, ਤੇ ਉਹ ਨੀਤੀ ਰਾਜ ਦੀ ਨੀਤੀ ਸਮੱਸਿਆਵਾਂ ਦੇ ਹੱਲ ਲਿਆਏਗੀ। ਸੋ ਇਸ ਕਰਕੇ ਮਤਲਬ ਉਹ ਚੀਜ਼ਾਂ ਜਿਹੜੀਆਂ ਸਾਡੇ ਕੋਲ ਬਾਰ-ਬਾਰ ਸਾਹਮਣੇ ਆਉਂਦੀਆਂ, ਜਿਹਨੂੰ ਪਾਗਲ ਕਹਿ ਕੇ ਵੀ ਦਾਖਲ ਕਰਾਉਂਦੇ ਆ ਨਾ, ਫਿਰ ਉਹ ਔਰਤ ਕਹਿੰਦੀ ਜਿਹਨੂੰ ਪੁਲਿਸ ਪਾਗਲ ਕਹਿ ਕੇ ਸਾਡੇ ਕੋਲ ਦਾਖਲ ਕਰਾ ਗਈ, ਮਤਲਬ ਗਾਰੀ ਮਸਤੀ ਨਾਲ ਥੋੜੇ ਜਿਹੇ ਟ੍ਰੀਟਮੈਂਟ ਤੋਂ ਬਾਅਦ ਹੀ ਕਹਿੰਦੀ ਜੀਣ ਲਈ ਤਾਂ ਦੁਨੀਆ ਤੇ ਪਸ਼ੂ ਪੰਛੀ ਵੀ ਜਿਉਂਦੇ ਨੇ, ਜੋ ਕਿਸੇ ਲੋੜਵੰਦ ਲਈ ਜਿਉਂਦੇ ਉਹ ਇਨਸਾਨ ਕਹਾਉਂਦੇ ਨੇ। ਆਪਣੇ ਦੁੱਖਾਂ ਤੇ ਤਾਂ ਪਸ਼ੂ ਪੰਛੀ ਵੀ ਕਰਲਾਉਂਦੇ ਨੇ, ਜੋ ਦੁਖੀਆਂ ਦਾ ਦੁੱਖ ਵੰਡਾਉਂਦੇ ਉਹ ਇਨਸਾਨ ਕਹਾਉਂਦੇ ਨੇ। ਏਦਾਂ ਬਹੁਤ ਲੰਬਾ ਕੇ ਆਪਣਾ ਪੇਟ ਭਰ ਕੇ ਤੇ ਪਸ਼ੂ ਪੰਛੀ ਵੀ ਸੌਂਦੇ ਨੇ, ਆਪਣੇ ਬੱਚਿਆਂ ਨੂੰ ਵੀ ਪਾਲਦੇ ਆ, ਆਪਣੇ ਲਈ ਆਲਣੇ ਵੀ ਬਣਾਉਂਦੇ ਆ, ਤੇ ਆਪਣਾ ਪੇਟ ਭਰ ਕੇ ਤੇ ਪਸ਼ੂ ਪੰਛੀ ਵੀ ਸੌਂਦੇ ਨੇ। ਪਰ ਜੋ ਭੁੱਖਿਆਂ ਦੇ ਮੂੰਹ ਵਿੱਚ ਪਾਉਂਦੇ ਉਹ ਇਨਸਾਨ ਕਹਾਉਂਦੇ ਨੇ। ਬੜਾ ਲੰਮਾ ਗਾਇਆ ਉਹਨੇ, ਤੇ ਮੈਂ ਉਹਦੇ ਕੋਲ ਹੀ ਬੈਠ ਗਿਆ। ਕਿਉਂ ਕਹਿੰਦੇ ਨੇ ਕਿ ਰੱਬ ਤਾਂ ਪੱਥਰਾਂ ਚੋਂ ਵੀ ਖਾਣ ਨੂੰ ਦਿੰਦਾ ਹੈ। ਹਾਂ, ਨੇਚਰ ਦਾ ਸਿਸਟਮ ਹੈ। ਪਰ ਮਸਲਾ ਇਹ ਹੈ ਵੀ ਅਸੀਂ ਪੱਥਰ ਜਿਹੜੇ ਹੈਗੇ ਆ, ਉਹ ਜਿਹੜੀਆਂ ਰਿਸੋਰਸਿਸ ਹੈ, ਮਤਲਬ ਜਿਵੇਂ ਦਰਖਤ ਸੀ, ਇੱਕ ਮਨੁੱਖ ਤੇ ਰੁੱਖ ਦਾ ਸੰਬੰਧ ਸੀ, ਮਨੁੱਖ ਨੇ ਆਪਣੇ ਸਵਾਰਥ ਦੇ ਲਈ ਰੁੱਖੇ ਕੱਟ ਦਿੱਤੇ ਹੁਣ। ਇਸ ਕਰਕੇ ਹੁਣ ਕੁਦਰਤ ਵੀ ਕੀ ਕਰੇ, ਕੁਦਰਤ ਤਾਂ ਫਿਰ ਸੰਤੁਲਨ ਕੁਦਰਤ ਦਾ ਬੰਦਾ ਜਿਹੜਾ ਨਾ ਕੁਦਰਤ ਨੂੰ ਭੁੱਲ ਗਿਆ, ਤੇ ਇਸ ਕਰਕੇ ਅੱਜ ਸੰਤੁਲਨ ਇੰਨਾ ਜ਼ਿਆਦਾ ਵਿਗੜ ਗਿਆ ਤੇ ਇੰਨੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ। ਜੇ ਇਹਨੇ ਅਜੇ ਵੀ ਮਤਲਬ ਇਹ ਸੰਭਲਿਆ ਨਾ, ਤਾਂ ਇਹਦੇ ਰਿਜ਼ਲਟ ਬੜੇ ਭਿਆਨਕ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਕਿੰਨਾ ਇਨਸਾਨ ਬਿਮਾਰੀਆਂ ਤੋਂ ਵੀ ਪੀੜਤ ਹੋਏਗਾ, ਪਰੇਸ਼ਾਨੀਆਂ ਤੋਂ ਪੀੜਤ ਹੋਏਗਾ, ਕਿੰਨਾ ਕੁ ਡਿਪਰੈਸ਼ਨ ਰੇਟ ਹੋਰ ਵਧੇਗਾ। ਅੱਜ ਵੀ ਡਿਪਰੈਸ਼ਨ ਰੇਟ ਜਿਹੜਾ ਮਤਲਬ ਸਾਰੀਆਂ ਬਿਮਾਰੀਆਂ ਤੋਂ ਵੱਡੀ ਬਿਮਾਰੀ ਜਿਹੜੀ ਦਾ ਉਹਦਾ ਰੂਪ ਧਾਰਨ ਕਰ ਰਿਹਾ ਹੈ, ਤੇ ਉਹਦੀ ਰੀਹੈਬਿਲਿਟੇਸ਼ਨ ਦੇ ਲਈ ਉਹਦੇ ਲਈ ਜਿਹੜੇ ਰੀਹੈਬ ਸੈਂਟਰ ਫॉर ਮੈਂਟਲੀ ਜਿਹੜੇ ਇਲ ਨਾਗਰਿਕ ਹੈ, ਉਹਨਾਂ ਦੇ ਲਈ ਇਹ ਸਾਨੂੰ ਅੱਜ ਕੱਲ੍ਹ ਨਹੀਂ ਪਤਾ ਲੱਗ ਰਿਹਾ। ਉਹਨਾਂ ਦੀ ਬਹੁਤ ਵੱਡੇ ਪੱਧਰ ਤੇ ਘਾਟ ਹੈ। ਇਸ ਕਰਕੇ ਮਤਲਬ ਸਾਨੂੰ ਲੋੜ ਹੈ ਅੱਜ ਜਾਗਰੂਕ ਹੋਣ ਦੀ, ਤਾਂ ਕਿ ਸਮਾਜ ਦੇ ਅੰਦਰ ਇਹ ਦਰਦ ਘਟਾਏ ਜਾ ਸਕਣ, ਵੰਡਾਏ ਜਾ ਸਕਣ। ਦੂਜਾ ਪੱਖ ਇਹ ਵੀ ਹੈ, ਜਿਹਨਾਂ ਨੂੰ ਚੱਕ ਕੇ ਅਸੀਂ ਲੈ ਕੇ ਆਉਂਦੇ ਹਾਂ, ਠੀਕ ਹੋਣ ਤੋਂ ਬਾਅਦ ਜਦੋਂ ਇੰਪਰੂਵ ਹੁੰਦੇ ਆ, ਉਹ ਦੱਸਦੇ ਹੇ ਮਾਲਕ ਤੇਰੇ ਨਾਂ ਤੇ ਘਰ ਤਾਂ ਰੋਜ਼ ਨਵੇਂ ਬਣ ਰਹੇ ਆ, ਪਰ ਜਿਹੜੇ ਤੇਰੇ ਬੰਦੇ ਬੇਬਸ ਤੇ ਲਾਚਾਰਾਂ ਰੋਲ ਕੇ ਮਰ ਰਹੇ ਆ। ਤੇਰੇ ਘਰਾਂ ਨੂੰ ਤਾਂ ਮਾਲਕ ਸੋਨਾ ਲਾ ਕੇ ਸ਼ਿੰਗਾਰਿਆ ਜਾ ਰਿਹਾ, ਪਰ ਤੇਰਾ ਬੰਦਾ ਜਿਹੜਾ ਬੇਬਸ ਹੈ, ਲਾਚਾਰ ਹੈ, ਉਹ ਦੁਰਕਾਰਿਆ ਜਾ ਰਿਹਾ। ਵੀ ਕੈਸਾ ਧਰਮ ਹੈ, ਰੂਹਾਨੀਅਤ ਕੈਸੀ ਹੈ, ਕੈਸੀ ਸੇਵਾ ਹੈ, ਇਨਸਾਨੀਅਤ ਕੈਸੀ ਹੈ। ਵੀ ਦਇਆ ਦੇ ਵਿੱਚੋਂ ਧਰਮ ਜਨਮ ਲੈਂਦਾ ਹੈ। ਵੀ ਦਇਆ ਦਾ ਕਾਲ ਵੱਧਦਾ ਜਾ ਰਿਹਾ। ਅੱਜ ਗੁਰੂਆਂ, ਪੀਰਾਂ, ਫਕੀਰਾਂ, ਪੈਗੰਬਰਾਂ ਦੀ ਧਰਤੀ ਤੇ ਇਸ ਲੋਕਤੰਤਰ ਦੇਸ਼ ਦੇ ਵਿੱਚ ਅੱਜ ਨਾਗਰਿਕ ਜਿਹੜਾ ਪੀੜਤ ਨਾਗਰਿਕ ਉਹ ਰੋਲ ਕੇ ਮਰਦਾ ਜਾ ਰਿਹਾ। ਬੋਲਾ ਐਸੀਆਂ ਬੜੀਆਂ ਦਰਦ ਭਰੀਆਂ ਕਹਾਣੀਆਂ ਹੈ, ਤੇ ਜ਼ਰੂਰ ਅੱਗੇ ਦਰਦਾਂ ਦੀ ਦਾਸਤਾਨ ਜਿਹੜੀ ਹੈਗੀ ਹੈ, ਕਦੇ ਸਮਾਂ ਲੱਗਿਆ ਫਿਰ ਸਾਂਝੀ ਕਰਾਂਗੇ। ਸ਼ਮਸ਼ੇਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ, ਤੇ ਤੁਹਾਨੂੰ ਬਹੁਤ ਵੱਡਾ ਸੈਲੂਟ ਹੈ ਤੁਹਾਡੀ ਸੋਚ ਨੂੰ, ਤੁਹਾਡੀ ਭਾਵਨਾਵਾਂ ਨੂੰ। ਬਹੁਤ ਬਹੁਤ ਧੰਨਵਾਦ ਸਾਡੇ ਕਾਰਜਕ੍ਰਮ ਚ ਆਉਣ ਲਈ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਜਿਹੜੀਆਂ ਸਾਡੀਆਂ ਹੱਡ ਬੀਤੀਆਂ ਨੂੰ ਸ਼ੇਅਰ ਕਰਨ ਦਾ ਮੌਕਾ ਦਿੱਤਾ ਸਰੋਤਿਆਂ ਨੂੰ, ਸਾਰਿਆਂ ਨੂੰ, ਤੁਹਾਡੀ ਮੈਨੇਜਮੈਂਟ ਨੂੰ ਤੇ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ।